ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਜਿਉ ਬੁਲਾਵੋ ਤਿਉ ਨਾਨਕ ਬੋਲੇ। ਪਰਮ ਸਤਿਕਾਰਯੋਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਾਧ ਸੰਗਤ ਜੀ, ਸਾਹਿਬਾਂ ਦੀ ਪਾਵਨ ਪਵਿੱਤਰ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਵੱਡੇ ਭਾਗਾਂ ਵਾਲੇ ਆਪਾਂ ਸਾਰੇ, ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਗੁਰੂ ਮਹਾਰਾਜ ਜੀ ਦੀ ਕਿਰਪਾ ਸਦਕਾ ਜੁੜੇ ਬੈਠੇ ਹਾਂ ਜੀ। ਸੋ ਆਓ, ਅੱਜ ਪਹਿਲਾ ਦਿਨ, ਪਹਿਲਾ ਦੀਵਾਨ ਸਿੱਖ ਦੇ ਅਤੇ ਗੁਰੂ ਦੇ ਸੰਬੰਧ ਵਿੱਚ ਵਿਚਾਰ ਕਰਾਂਗੇ ਆਪਾਂ ਸਾਰੇ ਕਿ ਸਿੱਖ ਦਾ ਗੁਰੂ ਕੈਸਾ ਹੋਏਗਾ, ਕਿਸ ਨੂੰ ਅਸੀਂ ਗੁਰੂ ਕਹਿੰਦੇ ਹਾਂ, ਅਤੇ ਸਾਡਾ ਜੀਵਨ ਦੇ ਵਿੱਚ ਗੁਰੂ ਦਾ ਜਿਹੜਾ ਸ਼ਬਦ ਹੈ ਇਹ ਸਿੱਖ ਨੂੰ ਗੁਰੂ ਵਰਗਾ ਕਿਵੇਂ ਬਣਾਉਂਦਾ ਹੈ। ਧਿਆਨ ਰੱਖਣਾ, ਗੁਰੂ ਸਿੱਖ, ਸਿੱਖ ਗੁਰੂ ਹੈ। ਗੁਰੂ ਸਿੱਖ, ਸਿੱਖ ਗੁਰੂ ਹੈ। ਇੱਕੋ ਗੁਰ ਉਪਦੇਸ਼ ਚਲਾਏ। ਨਾਨਕ ਸੱਚੇ ਪਾਤਸ਼ਾਹ ਜੀ ਨੇ ਕਿਤੇ ਕਿਹਾ ਮੈਂ ਗੁਰੂ ਹਾਂ। ਧਿਆਨ ਰੱਖਿਓ, ਗੁਰੂ ਸਨ। ਅੰਗਦ ਸੱਚੇ ਪਾਤਸ਼ਾਹ ਜੀ ਗੁਰੂ ਦੇ ਲੜ ਲੱਗੇ ਅਤੇ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਿਹੜੇ ਗੁਰੂ ਨਾਲ ਜੋੜਿਆ? ਕਿ ਆਪਣੀ ਫੋਟੋ ਨਾਲ ਜੋੜਿਆ, ਕਿ ਮਹਾਰਾਜ ਨੇ ਕਿਸੇ ਬੁੱਤ ਨਾਲ ਜੋੜਿਆ? ਨਾਨਕ ਸੱਚੇ ਪਾਤਸ਼ਾਹ ਜੀ ਉਸ ਗੁਰੂ ਨਾਲ ਜੋੜਦੇ ਹਨ ਜਿਸ ਨੂੰ ਉਹ ਆਪ ਗੁਰੂ ਕਹਿੰਦੇ ਸਨ। ਗੁਰੂ ਕੌਣ ਸੀ? ਬਾਣੀ। ਧਿਆਨ ਰੱਖ, ਮਹਾਰਾਜ ਕਹਿੰਦੇ ਹਨ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇਲਾ। ਗੁਰੂ ਕੌਣ ਹੈ? ਮਹਾਰਾਜ ਕਹਿੰਦੇ ਹਨ ਭਾਈ ਜਿਹੜੇ ਰੱਬ ਆਪਣੇ ਅੰਦਰ ਵਸਦੇ ਨੇ, ਨਾਨਕ ਸੱਚੇ ਪਾਤਸ਼ਾਹ ਜੀ ਦੇ ਅੰਦਰ ਵਸਦੇ ਸਨ ਰੱਬ ਜੀ, ਜੋ ਸਭ ਦੇ ਵਿੱਚ ਵਸਦੇ ਨੇ। ਪਹਿਲੀ ਗੱਲ ਯਾਦ ਰੱਖਣਾ, ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦੇ ਚਾਨਣ, ਸਭ ਮੈਂ ਚਾਨਣ ਹੋਏ। ਐਸਾ ਰੱਬ ਜਿਹੜਾ ਸਭ ਦੇ ਵਿੱਚ ਵਸਦਾ ਹੈ। ਸਭ ਮੈਂ ਸੱਚਾ ਏਕੋ ਸੋਈ ਤਿਸ ਕਾ ਕੀਆ ਸਭ ਕੁਛ ਹੋਏ। ਜਿਹੜੇ ਰੱਬ ਜੀ ਇਹ ਸਰੀਰ ਦੇ ਵਿੱਚ ਵਸਦੇ ਨੇ, ਉਹ ਨਾਨਕ ਸੱਚੇ ਪਾਤਸ਼ਾਹ ਜੀ ਵਿੱਚ ਵੀ ਵਸ ਰਹੇ ਸਨ। ਨਾਨਕ ਸੱਚੇ ਪਾਤਸ਼ਾਹ ਜੀ ਪੈਦਾ ਹੋਏ, ਜਨਮ ਲਿਆ, ਉਹਨਾਂ ਦੇ ਮਾਤਾ ਪਿਤਾ ਸਨ। ਐਸਾ ਰੱਬ ਜਿਹੜੇ ਹੁੰਦੇ ਨੇ, ਕਹਿੰਦੇ ਜਿਹੜੇ ਰੱਬ ਜੀ ਆਪਣੇ ਵਿੱਚ ਵਸਦੇ ਨੇ, ਜੋ ਹਮੇਸ਼ਾ ਸਾਰੇ ਜਗਤ ਦੇ ਰੱਬ ਕਹਿਲਾਉਂਦੇ ਨੇ, ਉਹ ਜਨਮ ਨਹੀਂ ਲੈਂਦੇ। ਧਿਆਨ ਰੱਖਣਾ, ਉਹ ਜਨਮ ਦਿੰਦੇ ਨੇ। ਜਿਵੇਂ ਆਪਾਂ ਨੂੰ ਸਭ ਨੂੰ ਜਨਮ ਦਿੱਤਾ ਹੈ, ਸਭ ਜੀਆਂ ਨੂੰ ਜਨਮ ਦਿੰਦਾ ਹੈ। ਜਨਮ ਸਭ ਨੂੰ ਦੇਣ ਵਾਲਾ ਇੱਕੋ ਹੀ ਦਾਤਾ ਹੈ। ਧਿਆਨ ਰੱਖਣਾ, ਜੋ ਨਾਨਕ ਸੱਚੇ ਪਾਤਸ਼ਾਹ ਨੂੰ ਵੀ ਜਨਮ ਦੇ ਰਿਹਾ। ਧਿਆਨ ਰੱਖਣਾ, ਸਾਰੇ ਪਾਤਸ਼ਾਹੀਆਂ ਨੂੰ, 10 ਪਾਤਸ਼ਾਹੀਆਂ ਨੇ ਜਨਮ ਲਿਆ, ਉਹਨਾਂ ਦੇ ਮਾਤਾ ਪਿਤਾ ਸਨ। ਉਹ ਗੁਰੂ ਕਿਵੇਂ ਹੋਏ ਫਿਰ? ਇਹ ਆਪਾਂ ਅੱਜ ਵਿਚਾਰ ਕਰਾਂਗੇ। ਹਰੇਕ ਸਿੱਖ ਗੁਰੂ ਵਰਗਾ ਕਿਵੇਂ ਹੁੰਦਾ ਹੈ, ਇਹ ਵਿਚਾਰ ਕਰਾਂਗੇ। ਗੁਰੂ ਸਿੱਖ, ਸਿੱਖ ਗੁਰੂ ਹੈ। ਫਿਰ ਗੱਲ ਸਮਝਣਾ ਜੀ, ਜੋ ਸਾਡਾ ਗੁਰੂ ਹੈ ਉਹ ਨਾਨਕ ਪਾਤਸ਼ਾਹ ਦੇ ਵੀ ਗੁਰੂ ਨੇ। ਜਿਹੜਾ ਵੀ ਇਸ ਗੁਰੂ ਨੂੰ ਸਿੱਖਦਾ ਹੈ, ਇਸ ਗੁਰੂ ਦੇ ਸਿੱਖ ਬਣਦਾ ਹੈ, ਇਸ ਗੁਰੂ ਨੂੰ ਆਪਣਾ ਜੀਵਨ ਵਿੱਚ ਗੁਰੂ ਮੰਨਦਾ ਹੈ, ਐਸੇ ਸਿੱਖ ਨੇ ਉਸ ਗੁਰੂ ਨਾਲ ਜੁੜਿਆ ਸਮਝਣਾ ਹੈ ਜਿਹੜੇ ਗੁਰੂ ਨਾਲ ਨਾਨਕ ਸੱਚੇ ਪਾਤਸ਼ਾਹ ਆਪ ਜੁੜੇ ਸਨ। 10 ਪਾਤਸ਼ਾਹੀਆਂ ਆਪ ਜੁੜੇ ਸਨ। ਇਹ ਗੁਰੂ ਰੱਬ ਦੀ ਬਾਣੀ ਹੈ। ਇਹ ਗੁਰੂ ਰੱਬ ਦੇ ਘਟ ਬੈਠੇ, ਰੱਬ ਦੀ ਆਉਂਦੀ ਹੋਈ ਨਿਰੰਤਰ ਬਾਣੀ ਹੈ। ਹਮੇਸ਼ਾ ਆਉਂਦੀ ਹੈ। ਹਰੇਕ ਬੰਦੇ ਵਿੱਚੋਂ ਰੱਬ ਬੋਲਦੇ ਨੇ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਐਸੇ ਗੁਰੂ ਜੀ, ਇਹ 6 ਪਾਤਸ਼ਾਹੀਆਂ ਦੀ ਜਿਹੜੀ ਬਾਣੀ ਹੈ ਨਾ ਗੁਰੂ ਗ੍ਰੰਥ ਸਾਹਿਬ ਵਿੱਚ,
ਇਹਨਾਂ ਵਿੱਚੋਂ ਵੀ ਰੱਬ ਬੋਲੇ ਤੇ ਇਹ ਬਾਣੀ ਦੇ ਨਾਲ ਜੁੜ ਕੇ ਆਪਣੇ ਸ਼ਬਦ ਨੂੰ ਇੱਕ ਤਾਂ ਮਿਟਾਉਂਦੇ ਨੇ। ਇੱਕ ਬੰਦੇ ਦਾ ਸ਼ਬਦ ਹੁੰਦਾ ਹੈ, ਇੱਕ ਰੱਬ ਦਾ ਸ਼ਬਦ ਹੁੰਦਾ ਹੈ। ਆਪਣੇ ਅੰਦਰ ਹੀ ਰੱਬ ਵਸਦੇ ਨੇ ਤੇ ਜਦੋਂ ਰੱਬ ਬੋਲਦੇ ਨੇ ਤੇ ਆਪਾਂ ਸੁਣਦੇ ਹਾਂ ਤੇ ਆਪਾਂ ਸੁਣ ਕੇ ਫੇਰ ਬੋਲਦੇ ਹਾਂ। ਪਰ ਆਮ ਬੰਦਾ ਕੀ ਕਹਿੰਦਾ, ਜਦੋਂ ਰੱਬ ਬੋਲਦੇ ਨੇ ਕਹਿੰਦਾ ਜੀ ਮੈਂ ਬੋਲਦਾ। ਧਿਆਨ ਰੱਖਣਾ, ਇਹ ਨਹੀਂ ਸਮਝਦਾ ਕਿ ਮੈਂ ਨਹੀਂ ਬੋਲ ਰਿਹਾ, ਰੱਬ ਬੁਲਾ ਰਿਹਾ ਤਾਂ ਮੈਂ ਬੋਲ ਰਿਹਾ, ਇਹ ਨਹੀਂ ਸਮਝ ਰਿਹਾ। ਸਾਡੇ ਗੁਰੂ ਜੀ ਨੇ ਸਾਨੂੰ ਇਹ ਸਮਝਾਇਆ, ਸਿੱਖ ਨੇ ਇਹ ਗੱਲ ਸਮਝਣੀ ਹੈ ਕਿ ਜਦੋਂ ਚੰਗੀ ਗੱਲ ਕੋਈ ਵੀ ਆਪਣੇ ਵਿੱਚੋਂ ਆਵੇ ਆਪਾਂ ਨਹੀਂ ਬੋਲਦੇ। ਮਹਾਰਾਜ ਕਹਿੰਦੇ ਹਾਂ ਆਪੋ ਬੋਲ ਨਾ ਜਾਣਦਾ, ਆਪਾਂ ਨਹੀਂ ਬੋਲਦੇ। ਆਪਾਂ ਨੇ ਇਹ ਸਮਝਣਾ ਇਹ ਰੱਬ ਬੋਲਦੇ ਨੇ ਆਪਣੇ ਵਿੱਚੋਂ ਤਾਂ ਆਪਾਂ ਬੋਲਦੇ ਹਾਂ। ਦੇਖੋ ਰੱਬ ਸਵਾਸ ਦਿੰਦੇ ਨੇ ਤਾਂ ਆਪਾਂ ਸਵਾਸ ਲੈਂਦੇ ਹਾਂ। ਧਿਆਨ ਰੱਖਿਓ, ਜੇ ਰੱਬ ਨਾ ਸਵਾਸ ਦੇਣ ਆਪਾਂ ਸਵਾਸ ਨਾ ਲੈ ਸਕੀਏ। ਧਿਆਨ ਰੱਖਿਓ, ਜੇ ਰੱਬ ਆਪਣੇ ਅੰਦਰੋਂ ਸਵਾਸ ਨਾ ਦੇਣ ਤੇ ਆਪਣੇ ਸਵਾਸ ਰੁਕ ਜਾਣ, ਆਪਾਂ ਜਿਉਂਦੇ ਨਾ ਰਹਿ ਸਕੀਏ। ਸੋ ਇੱਥੋਂ ਸਾਡਾ ਜਿਉਣਾ ਸ਼ੁਰੂ ਹੁੰਦਾ ਹੈ। ਜੇ ਆਪਾਂ ਜਿਉਂ ਰਹੇ ਹਾਂ ਤੇ ਰੱਬ ਜਿਉਂਦਾ ਰੱਖ ਰਹੇ ਨੇ ਤਾਂ ਆਪਾਂ ਜਿਉਂਦੇ ਹਾਂ। ਰੱਬ ਆਪਾਂ ਨੂੰ ਅੰਦਰੋਂ ਖਿਆਲ ਦਿੰਦੇ ਨੇ ਤਾਂ ਖਿਆਲ ਆਉਂਦਾ ਹੈ। ਰੱਬ ਜਣਾਉਂਦੇ ਨੇ ਤਾਂ ਆਪਾਂ ਜਾਣ ਸਕਦੇ ਹਾਂ, ਨਹੀਂ ਤਾਂ ਨਹੀਂ ਜਾਣ ਸਕਦੇ। ਜੇ ਰੱਬ ਅੱਖ ਨਾ ਦੇਣ ਤੇ ਆਪਾਂ ਦੇਖ ਨਾ ਸਕੀਏ। ਜੇ ਰੱਬ ਨੇ ਇੰਦਰੇ ਨਾ ਦਿੱਤੇ ਹੋਣ ਤੇ ਆਪਾਂ ਇੰਦਰੀਆਂ ਤੋਂ ਵਾਂਝੇ ਰਹੀਏ। ਸੋ ਜੀਵਨ ਵਿੱਚ ਆਏ ਨਾਨਕ ਸੱਚੇ ਪਾਤਸ਼ਾਹ ਜੀ ਦਾ ਇੱਕ ਸਾਡੇ ਕੋਲ ਨਮੂਨਾ ਹੈ। ਇੱਕ ਨਾਨਕ ਸੱਚੇ ਪਾਤਸ਼ਾਹ ਜੀ ਦਾ ਇੱਕ ਪ੍ਰਤੀਕ ਹੈ ਜਿਹਨੂੰ ਸਿੱਖ ਦੇਖ ਕੇ ਆਪਣਾ ਜੀਵਨ ਜਿਉਂਦਾ ਹੈ। ਨਾਨਕ ਸੱਚੇ ਪਾਤਸ਼ਾਹ ਜੀ ਨੇ ਆਪ ਅੰਦਰ ਆਪਣੇ ਰੱਬ ਨੂੰ ਧਿਆਇਆ। ਨਾਨਕ ਸੱਚੇ ਪਾਤਸ਼ਾਹ ਜੀ ਨੇ ਫਿਰ ਉਸ ਰੱਬ ਨੂੰ ਗਨਾਉਂਦਿਆਂ ਹੋਇਆਂ ਜਨਾਉਂਦਿਆਂ ਹੋਇਆਂ ਜੀਵਨ ਵਿੱਚ ਜਗਤ ਨੂੰ ਜਨਾਇਆ। ਆਹ ਸ਼ਬਦ ਸੁਣਿਓ ਜਰਾ ਨਾਨਕ ਪਾਤਸ਼ਾਹ ਦਾ। ਕਹਿੰਦੇ ਤੂੰ ਸੁਲਤਾਨ, ਨਾਨਕ ਪਾਤਸ਼ਾਹ ਦਾ ਸ਼ਬਦ ਹੈ। ਕਹਿੰਦੇ ਤੂੰ ਸੁਲਤਾਨ ਕਹਾਂ ਹਉ ਮੀਆਂ, ਤੇਰੀ ਕਵਨ ਵਡਾਈ ਜੋ ਤੂੰ ਦੇਹ ਸੋ ਕਹਾ ਸੁਆਮੀ। ਮੈਂ ਮੂਰਖ ਕਹਿਣ ਨਾ ਜਾਈ। ਨਾਨਕ ਪਾਤਸ਼ਾਹ ਬੋਲ ਰਹੇ ਨੇ ਆਪਣੇ ਆਪ ਨੂੰ। ਮਹਾਰਾਜ ਕਹਿੰਦੇ ਭਾਈ ਮੂਰਖ ਕਹਿੰਦੇ ਨੇ। ਕਹਿੰਦੇ ਮੈਂ ਉਦੋਂ ਤੱਕ ਕਹਿ ਨਹੀਂ ਸਕਦਾ ਜਦੋਂ ਤੱਕ ਮੇਰੇ ਮਾਲਕ ਤੂੰ ਜਨਾਏਗਾ ਨਹੀਂ। ਇਹ ਬਹੁਤ ਇੱਕ ਸਟ੍ਰਿਕਟ ਰੂਲ ਹੈ ਜੋ ਸਿੱਖ ਨੇ ਸਿੱਖਣਾ, ਸਿੱਖ ਨੇ ਸਮਝਣਾ। ਜੇ ਆਪਾਂ ਬਾਣੀ ਨੂੰ ਗੁਰੂ ਮੰਨਦੇ ਹਾਂ, ਨਾਨਕ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੂੰ ਆਪਾਂ ਜੇ ਗਾ ਰਹੇ ਹਾਂ ਤੇ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਹ ਬਾਣੀ ਲਿਖੀ ਹੈ ਜਿਹੜੀ ਆਪ ਉਹਨਾਂ ਨੇ ਘੱਟ ਬੈਠੇ ਰੱਬ ਨਾਲ ਕਮਾਈ ਹੈ। ਧਿਆਨ ਰੱਖਣਾ, ਜਿਨ੍ਹਾਂ ਨੇ ਆਪਣੇ ਅੰਦਰੋਂ ਰੱਬ ਨੂੰ ਜਾਣਿਆ ਤੇ ਰੱਬ ਦੀ ਬਾਣੀ ਨੂੰ ਸੁਣਿਆ, ਸੁਣ ਕੇ ਮੰਨਿਆ ਤੇ ਮੰਨ ਕੇ ਫਿਰ ਉਹ ਕੀ ਬੋਲੇ, ਉਹ ਇਹ ਬੋਲੇ ਜਿਉਂ ਗੁਲਾਬ ਹੋ ਤਿਉਂ ਨਾਨਕ ਦਾਸ ਬੋਲੇ। ਉਹ ਇਹ ਬੋਲੇ ਤਾਂ ਮੈਂ ਕਿਹਾ ਕਹਿਣ ਜਾਂ ਤੁਝੇ ਕਹਾਇਆ। ਉਹ ਇਹ ਬੋਲੇ ਜੇ ਮਾਲਕ ਤੂੰ ਨਾ ਜਨਾਵੇਂ ਮੈਂ ਜਾਣ ਨਾ ਸਕਾਂ। ਜਿਸ ਨੂੰ ਤੂੰ ਜਨਾਏ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਂਖ ਵਖਾਣੈ। ਸੇ ਇੱਥੇ ਤੱਕ ਬੋਲੇ ਕਿ ਕਰਮ ਕਰਦਿਆਂ ਹੋਇਆਂ, ਕਰਮ ਤਾਂ ਸਭ ਨੂੰ ਕਰਨਾ ਪੈਂਦਾ, ਬਿਨਾਂ ਕਰਮਾਂ ਤੋਂ ਕਦੇ ਵੀ ਕਿਸੇ ਨੂੰ ਕੁਛ ਨਹੀਂ ਮਿਲਣਾ। ਜੇਤੀ ਸਿਰਟ ਉਪਾਈ ਵੇਖਾਂ ਬਿਨ ਕਰਮਾਂ ਕੈ ਮਿਲੈ ਲਈ। ਸੋ ਮਹਾਰਾਜ ਕਹਿੰਦੇ ਜਦੋਂ ਆਪਾਂ ਕਰਮ ਕਰਦੇ ਹਾਂ ਤੇ ਕੀ ਬੋਲੀਏ, ਕਰਮ ਕਰਕੇ ਕੀ ਕਹੀਏ, ਕਰਮ ਕਰਕੇ ਇਹ ਬੋਲ ਸਕੀਏ ਮਾਲਕ ਇਹ ਤੂੰ ਕਰਾ ਰਿਹਾ ਤਾਂ ਹੋ ਰਿਹਾ। ਧਿਆਨ ਰੱਖਣਾ, ਜਦੋਂ ਕੰਮ ਹੋ ਜਾਏ ਤੇ ਕੀ ਬੋਲ ਸਕੇ, ਮਾਲਕ ਇਹ ਸਭ ਕੁਛ ਕੀਤਾ ਤੇਰਾ ਹੋਵੇ, ਨਾ ਹੀ ਕਿਛ ਅਸਾੜਾ ਜੀਓ। ਇਹ ਬੋਲ ਸਕੇ ਸਿੱਖ। ਹੁਣ ਆਪਾਂ ਨੇ ਦੋ ਗੱਲਾਂ ਕੀਤੀਆਂ। ਇੱਕ ਗੱਲ ਇਹ ਕੀਤੀ ਕਿ ਰੱਬ ਜਦੋਂ ਅੰਦਰੋਂ ਬੁਲਾਉਂਦੇ ਨੇ ਤਾਂ ਆਪਾਂ ਬੋਲਦੇ ਹਾਂ, ਜਦੋਂ ਰੱਬ ਆਪਾਂ ਤੋਂ ਕੰਮ ਕਰਾਉਂਦੇ ਨੇ ਤਾਂ ਆਪਾਂ ਤੋਂ ਕੰਮ ਹੁੰਦਾ, ਤਾਂ ਆਪਾਂ ਕੰਮ ਕਰ ਸਕਦੇ ਹਾਂ। ਹੁਣ ਇਹ ਕਿਹੜਾ ਬੋਲ ਹੈ ਤੇ ਕਿਹੜਾ ਕਰਮ ਹੈ ਜਿਹੜਾ ਰੱਬ ਬੁਲਾਉਂਦੇ ਨੇ ਤੇ ਰੱਬ ਕਰਾਉਂਦੇ ਨੇ, ਇਹਨੂੰ ਸਿੱਖ ਨੇ ਸਮਝਣਾ ਹੈ। ਇਸ ਬਾਣੀ ਰਾਹੀਂ, ਗੁਰਬਾਣੀ ਰਾਹੀਂ ਜਿਹਨੂੰ ਆਪਾਂ ਗੁਰੂ ਕਹਿ ਕੇ ਮੰਨ ਕੇ ਮੱਥਾ ਟੇਕਦੇ ਹਾਂ, ਸਿੱਖ ਨੇ ਬਾਣੀ ਗੁਰੂ ਤੋਂ ਇਹ ਗੱਲ ਸਿੱਖਣੀ ਹੈ ਕਿ ਰੱਬ ਕਿਵੇਂ ਬੋਲਦੇ ਨੇ
ਤੇ ਰੱਬ ਕਿਵੇਂ ਕਰਦੇ ਨੇ। ਧਿਆਨ ਰੱਖਣਾ, ਆਪਣੇ ਵਿੱਚ ਹੀ ਰੱਬ ਵਸਦੇ ਨੇ, ਰੱਬ ਕਿਵੇਂ ਬੋਲਦੇ ਨੇ ਤੇ ਰੱਬ ਕਿਵੇਂ ਕਰਦੇ ਨੇ। ਤੇ ਸਾਡੇ ਮਨ ਨੇ ਇਹ ਜਾਣ ਕੇ ਬੋਲਣਾ ਸਿੱਖਣਾ ਹੈ ਕਿ ਮਾਲਕ ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ। ਸਿੱਖ ਨੇ ਇਹ ਬੋਲਣਾ ਸਿੱਖਣਾ ਹੈ, ਮੈਂ ਅਧੂਰਾ ਹਾਂ ਤੇ ਤੂੰ ਪੂਰਾ ਹੈ, ਗੁਣ ਤੇਰੇ ਨੇ ਅਵਗੁਣ ਮੇਰੇ ਨੇ। ਯਾਦ ਰੱਖਣਾ, ਸਿੱਖ ਨੇ ਇਹ ਬੋਲਣਾ ਸਿੱਖਣਾ ਹੈ ਕਿ ਜੀਵਨ ਸਾਚੇ ਸਾਹਿਬ ਸਭ ਗੁਣ ਔਗਣ ਸਭ ਅਸਾਹਾ। ਗੁਣ ਮਾਲਕ ਦੇ ਨੇ, ਅਵਗੁਣ ਆਪਣੇ ਨੇ। ਤੇ ਜਿੰਨੇ ਗੁਣ ਨੇ ਨਾ ਆਪਣੇ ਵਿੱਚ, ਇਹ ਜਾਣਨਾ ਮਾਲਕ ਤੇਰੇ ਨੇ, ਮੇਰੇ ਨਹੀਂ ਹਨ। ਮੈਂ ਨਿਰਗੁਣਿਆਰ ਹਾਂ ਤੇ ਗੁਣਾਂ ਵਾਲਾ ਤੂੰ ਹੈ। ਮੋਹਿ ਨਿਰਗੁਣ ਜੀਓ ਸਭ ਗੁਣ ਤੇਰੇ ਰਾਮ। ਮਹਾਰਾਜ ਕਹਿੰਦੇ ਜਿੰਨੇ ਗੁਣ ਨੇ, ਮਹਾਰਾਜ ਕਹਿੰਦੇ ਸਭ ਗੁਣ ਤੇਰੇ, ਮੈਂ ਨਾਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸੋ ਇਸ ਗੱਲ ਨੂੰ ਪਹਿਲਾਂ ਆਪਾਂ ਵਿਚਾਰੀਏ ਕਿ ਸਾਡੇ ਗੁਰੂ ਬਾਣੀ ਹੈ, ਸਾਡੇ ਗੁਰੂ ਉਹ ਨੇ ਜੋ ਨਾਨਕ ਪਾਤਸ਼ਾਹ ਦੇ ਵੀ ਗੁਰੂ ਨੇ। ਧਿਆਨ ਰੱਖਣਾ, ਸਾਡੇ ਗੁਰੂ ਉਹ ਨੇ ਜੋ ਦਸੇ ਪਾਤਸ਼ਾਹੀਆਂ ਦੇ ਵੀ ਗੁਰੂ ਨੇ। ਸਾਡੇ ਗੁਰੂ ਉਹ ਨੇ ਜੋ ਭਗਤਾਂ ਦੇ ਵੀ ਗੁਰੂ ਨੇ। ਕਹਿੰਦੇ ਭਾਈ ਅੱਜ ਆਪਾਂ ਇਸ ਗੁਰੂ ਦੇ ਕਨਸੈਪਟ ਨੂੰ ਜ਼ਰਾ ਸਮਝਣ ਦੀ ਕੋਸ਼ਿਸ਼ ਕਰੀਏ। ਨਹੀਂ ਤਾਂ ਅਕਸਰ ਕੀ ਹੋ ਰਿਹਾ ਹੈ ਕਿ ਜਦੋਂ ਵੀ ਕਿਸੇ ਵੀ ਮਹਾਰਾਜ ਦਾ ਪ੍ਰਕਾਸ਼ ਉਤਸਵ ਹੁੰਦਾ ਹੈ, ਅਸੀਂ ਉਹਨਾਂ ਦੀ ਫੋਟੋਆਂ ਲਗਾ ਕੇ ਫਾਰਵਰਡ ਕਰ ਦਿੰਦੇ ਹਾਂ। ਧਿਆਨ ਰੱਖਣਾ, ਅੱਜ ਇਹ ਹੋ ਰਿਹਾ ਹੈ ਕਿ ਕਦੇ ਨਹੀਂ ਕਿਹਾ ਕਿ ਜੇ ਕਿਸੇ ਵੀ ਮਹਾਰਾਜ ਦਾ ਪ੍ਰਕਾਸ਼ ਉਤਸਵ ਅਸੀਂ ਜੇ ਮਨਾ ਰਹੇ ਹਾਂ, ਪਹਿਲੀ ਗੱਲ ਤਾਂ ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਨਾਨਕ ਸੱਚੇ ਪਾਤਸ਼ਾਹ ਤੋਂ ਲੈ ਕੇ ਦਸੇ ਪਾਤਸ਼ਾਹੀਆਂ ਨੇ ਕਿਸੇ ਵੀ ਮਹਾਰਾਜ ਦਾ ਪ੍ਰਕਾਸ਼ ਉਤਸਵ ਨਹੀਂ ਮਨਾਇਆ। ਧਿਆਨ ਰੱਖਣਾ, ਕਿਸੇ ਵੀ ਮਹਾਰਾਜ ਦਾ। ਧਿਆਨ ਰੱਖਣਾ, ਫਿਰ ਇਸ ਗੱਲ ਨੂੰ ਸਮਝਣਾ ਜ਼ਰੂਰੀ ਹੈ ਕਿਸੇ ਵੀ ਮਹਾਰਾਜ ਦਾ ਮਹਾਰਾਜ ਨੇ ਜੋਤੀ ਜੋਤ ਦਿਵਸ ਨਹੀਂ ਮਨਾਇਆ, ਨਹੀਂ ਮਨਾਇਆ। ਯਾਦ ਰੱਖਣਾ, ਜਦੋਂ ਤੱਕ ਮਹਾਰਾਜ 1469 ਤੋਂ ਲੈ ਕੇ 1708 ਤੱਕ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਸੱਚਖੰਡ ਗਵਨ ਤੱਕ ਕਿਸੇ ਵੀ ਮਹਾਰਾਜ ਨੇ ਕਿਸੇ ਪਾਤਸ਼ਾਹੀ ਦਾ ਜਨਮ ਤੇ ਪ੍ਰਕਾਸ਼ ਉਤਸਵ ਤੇ ਉਹਨਾਂ ਦਾ ਜੋਤੀ ਜੋਤ ਦਿਵਸ, ਜਿਨ੍ਹਾਂ ਨੂੰ ਆਪਾਂ ਕਹਿੰਦੇ ਉਹ ਪੂਰੇ ਹੋ ਗਏ ਹੈ ਨਾ, ਉਹ ਦਿਵਸ ਨਹੀਂ ਮਨਾਇਆ, ਨਹੀਂ ਮਨਾਇਆ। ਸਾਡੇ ਕੋਲ ਜਨਮ ਤੇ ਮਰਨ ਦਾ ਕਨਸੈਪਟ ਵੱਖਰਾ ਹੈ। ਇਹ ਕਿਹਨੇ ਬਣਾਉਣਾ ਸ਼ੁਰੂ ਕੀਤਾ ਹੈ? ਸਿੱਖ ਜਗਤ ਵਿੱਚ ਅੱਜ ਇੰਨਾ ਪ੍ਰਫੁੱਲਿਤ ਹੋ ਗਿਆ ਹੈ, ਹਰ ਕੋਈ ਬੰਦਾ ਪਹਿਲਾਂ ਮਹਾਰਾਜ ਦਾ ਪ੍ਰਕਾਸ਼ ਉਤਸਵ ਮਨਾਉਂਦਾ, ਫਿਰ ਜੋਤੀ ਜੋਤ ਦਿਵਸ ਮਨਾਉਂਦਾ, ਫਿਰ ਸਿੱਖਾਂ ਦੇ ਮਨਾਉਣ ਲੱਗ ਗਏ, ਫਿਰ ਆਪਣੇ ਪਿੰਡਾਂ ਦੇ ਬਾਬਿਆਂ ਦੇ ਮਨਾਉਣ ਲੱਗ ਗਏ। ਧਿਆਨ ਰੱਖਣਾ, ਇਤਨੇ ਦੁਨੀਆ ਦੇ ਉੱਤੇ ਅੱਜ ਬਾਬਿਆਂ ਦਾ ਪ੍ਰਕਾਸ਼ ਪੈਦਾ ਹੋਏ ਜੀ, ਜਨਮ ਦਿਨ ਹੈ ਉਹਨਾਂ ਦਾ, ਅੱਜ ਬਾਬੇ ਪੂਰੇ ਹੋ ਗਏ, ਉਹਨਾਂ ਦੀ ਬਰਸੀ ਹੈ ਨਾ। ਇੰਨੇ ਦਿਵਸ ਮਨਾਉਣ ਲੱਗੇ, ਗੁਰਬਾਣੀ ਤੋਂ ਸਿੱਖ ਦੂਰ ਹੋ ਗਏ। ਧਿਆਨ ਰੱਖਣਾ, ਜਿੱਥੇ ਮਹਾਰਾਜ ਨੇ ਇਹ ਗੱਲ ਕਹੀ ਸੀ ਸਿੱਖ ਨੂੰ ਕਿ ਜਨਮ ਮਰਨ ਦੋਹੂ ਮੈਂ ਨਾਹੀ, ਸਿੱਖ ਦਾ ਜਦੋਂ ਜਨਮ ਲੈ ਲਵੇ ਇਹ ਸਿੱਖ ਨੂੰ ਪਤਾ ਲੱਗੇ ਕਿ ਕਦੋਂ ਤੋਂ ਜਨਮ ਲੈ ਰਿਹਾ। ਕਹਿੰਦੇ ਕਈ ਜਨਮਾਂ ਤੋਂ ਜਨਮ ਲੈ ਦਿੱਤਾ ਹੋਇਆ ਆਪਾਂ ਨੇ, ਅਤੇ ਅੱਜ ਤਾਈਂ ਸਾਡਾ ਜਨਮ ਮਰਨ ਨਹੀਂ ਮਿਟਿਆ, ਨਹੀਂ ਮਿਟਿਆ। ਕਈ ਵਾਰ ਆਪਾਂ ਸਰੀਰ 'ਚ ਆਏ ਹਾਂ, ਅੱਜ ਤੱਕ ਜਨਮ ਲੈਣ ਤੋਂ ਬਾਅਦ ਵੀ ਮਹਾਰਾਜ ਕਹਿੰਦੇ ਇਹਦਾ ਜਨਮ ਤੇ ਮਰਨ ਮਿਟਿਆ ਨਹੀਂ ਹੈ। ਭਾਈ ਆਖੋ ਸਤਿਨਾਮ। ਇਹ ਗੱਲ ਦਾ ਸਮਝਣੀ ਬਹੁਤ ਜ਼ਰੂਰੀ ਹੈ ਕਿ ਜੀਵਨ ਵਿੱਚ ਜਨਮ ਖਤਮ ਹੋਣਾ ਚਾਹੀਦਾ। ਬਹੁਰ ਹਮ ਕਾਹੇ ਆਵੇਂਗੇ, ਆਵਨ ਜਾਣਾ ਹੁਕਮ ਤਿਸੇ ਕਾ ਹੁਕਮੈ ਬੁੱਝ ਸਮਾਵੇਂਗੇ। ਅਸੀਂ ਮਹਾਰਾਜ ਦਾ ਪ੍ਰਕਾਸ਼ ਉਤਸਵ ਉਹਨੂੰ ਕਹਿੰਦੇ ਨੇ ਜਦੋਂ ਬਾਣੀ ਸਾਡੇ ਅੰਦਰ ਵਿਸ਼ਵਾਸ ਨਾਲ ਉਤਰਨ ਲੱਗ ਜੇ ਮਨ ਦੇ। ਧਿਆਨ ਰੱਖਣਾ, ਮਨ ਬਾਣੀ 'ਤੇ ਵਿਸ਼ਵਾਸ ਲਿਆਵੇ ਕਿ ਬਾਣੀ ਹੀ ਗੁਰੂ ਹੈ, ਪਹਿਲੀ ਗੱਲ ਤਾਂ। ਫਿਰ ਇਹ ਵਿਸ਼ਵਾਸ ਲਿਆਵੇ ਕਿ ਬਾਣੀ ਸਭ ਦੇ ਵਿੱਚੋਂ ਰੱਬ ਜੀ ਦੀ ਆਉਂਦੀ ਹੈ। ਇਹ ਵਿਸ਼ਵਾਸ ਨਹੀਂ ਆ ਰਿਹਾ ਹਲੇ। ਧਿਆਨ ਰੱਖੇ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦੇਖੋ 15 ਭਗਤ ਨੇ, 15 ਭਗਤਾਂ ਦੇ ਵਿੱਚੋਂ ਜਿਹੜੇ ਰੱਬ ਜੀ ਬੋਲੇ ਨਾ, ਇਹਨਾਂ ਭਗਤਾਂ ਦੇ ਅੰਦਰੋਂ ਇੱਕ ਰੱਬ ਬੋਲੇ
ਪਹਿਲਾਂ ਤਾਂ 4 ਪਾਤਸ਼ਾਹ 6 ਪਾਤਸ਼ਾਹੀਆਂ ਵਿੱਚ ਇੱਕ ਰੱਬ ਬੋਲੇ। ਗੁਰੂ ਨਾਨਕ ਪਾਤਸ਼ਾਹ, ਗੁਰੂ ਅੰਗਦ ਪਾਤਸ਼ਾਹ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਅਤੇ ਤੇਗ ਬਹਾਦਰ ਸਾਹਿਬ ਜੀ, ਜਿਨ੍ਹਾਂ ਦਾ ਆਪਾਂ ਪਿੱਛੇ ਜ਼ਿਕਰ ਕਰਕੇ ਆਏ ਹਾਂ। ਇਹਨਾਂ ਦੇ ਵਿੱਚੋਂ ਇੱਕ ਰੱਬ ਬੋਲੇ। 6 ਪਾਤਸ਼ਾਹੀਆਂ, 6 ਪਾਤਸ਼ਾਹੀਆਂ ਦੀ ਬਾਣੀ ਹੈ ਜਿਨ੍ਹਾਂ ਨੂੰ ਆਪਾਂ ਗੁਰੂ ਕਹਿ ਰਹੇ ਹਾਂ। 6 ਪਾਤਸ਼ਾਹੀਆਂ ਦੀ ਬਾਣੀ ਹੈ। ਹੁਣ ਗੁਰੂ ਕਿਹਨੂੰ ਇੱਕ ਨੂੰ ਕਹੋਗੇ? ਧਿਆਨ ਰੱਖਿਓ। 6 ਪਾਤਸ਼ਾਹੀਆਂ ਦਾ ਅਸੀਂ ਇੱਥੋਂ ਸ਼ੁਰੂ ਕੀਤਾ ਕਿ ਸਾਡੇ ਗੁਰੂ ਉਹ ਗੁਰੂ ਨੇ ਜੋ ਨਾਨਕ ਪਾਤਸ਼ਾਹ ਦੇ ਵੀ ਗੁਰੂ ਨੇ। ਧਿਆਨ ਰੱਖਣਾ, ਜਿਹਨੂੰ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਜੈ ਤਨ ਬਾਣੀ ਵਿਸਰ ਜਾਏ। ਨਾਨਕ ਪਾਤਸ਼ਾਹ ਦਾ ਸ਼ਬਦ ਹੈ। ਕਹਿੰਦੇ ਜੈ ਜਿਸ ਦੇ ਵੀ ਹਿਰਦੇ ਵਿੱਚੋਂ ਰੱਬ ਦੀ ਬਾਣੀ ਵਿਸਰ ਗਈ ਨਾ, ਕਹਿੰਦੇ ਉਹ ਪੱਕਾ ਰੋਗੀ ਹੋ ਗਿਆ ਜਾਣ ਨੂੰ। ਆਖੋ ਸਤਿਨਾਮ। ਅਸੀਂ ਕਈ ਜਨਮਾਂ ਦੇ ਰੋਗੀ ਹੋ ਕੇ ਘੁੰਮ ਰਹੇ ਹਾਂ। ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਧਿਆਨ ਰੱਖਣਾ, ਸਾਡਾ ਜੋ ਗੁਰੂ ਹੈ ਨਾ ਜੀ, ਉਹ ਬਾਣੀ ਗੁਰੂ ਹੈ ਜੋ ਨਾਨਕ ਸੱਚੇ ਪਾਤਸ਼ਾਹ ਜੀ ਦੇ ਵੀ ਗੁਰੂ ਨੇ। ਪਹਿਲਾਂ ਆਪਾਂ ਇਸ ਗੱਲ ਦੇ ਉੱਤੇ ਕਨਸੈਪਟ ਨੂੰ ਕਲੀਅਰ ਕਰੀਏ ਕਿ ਗੁਰੂ ਨਾਨਕ ਪਾਤਸ਼ਾਹ ਦਾ ਸਰੂਪ ਸੈਕੰਡਰੀ ਹੈ। ਗੁਰੂ ਸਾਡਾ ਪ੍ਰਾਇਮਰੀ ਉਹ ਹੈ ਜੋ ਨਾਨਕ ਪਾਤਸ਼ਾਹ ਦੇ ਵੀ ਗੁਰੂ ਨੇ, ਜਿਨ੍ਹਾਂ ਨੂੰ ਅਸੀਂ ਬਾਣੀ ਗੁਰੂ ਕਹਿ ਰਹੇ ਹਾਂ। ਧਿਆਨ ਰੱਖਣਾ, ਜਿਹੜੀ ਬਾਣੀ ਰੱਬ ਦੀ ਅੰਦਰੋਂ ਆਉਂਦੀ ਹੈ, ਇਹਨੂੰ ਹੀ ਇਸਟੈਬਲਿਸ਼ ਕੀਤਾ ਹੈ ਮਹਾਰਾਜ ਨੇ। ਚਾਹੇ ਕਿਸੇ ਵਿੱਚੋਂ ਵੀ ਬੋਲੇ, ਇੱਕ ਰੱਬ ਬੋਲੇ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਧਿਆਨ ਰੱਖਣਾ, ਚਾਹੇ 15 ਭਗਤਾਂ ਵਿੱਚੋਂ ਬੋਲੇ ਅਤੇ ਇੱਕ ਰੱਬ ਬੋਲੇ। ਧਿਆਨ ਰੱਖਣਾ, ਅਸੀਂ ਜਿਸ ਵੇਲੇ ਮੱਥਾ ਟੇਕਣਾ ਹੈ ਅਤੇ ਅਸੀਂ ਬਾਣੀ ਗੁਰੂ ਨੂੰ ਮੱਥਾ ਟੇਕ ਰਹੇ। ਧਿਆਨ ਰੱਖਣਾ, ਕਿਸੇ ਭਗਤ ਨੂੰ ਇਹ ਖਿਆਲ ਕਰਕੇ ਵਿਚਾਰ ਕਰਕੇ ਜਿਸ ਵੇਲੇ ਆਪਾਂ ਮੱਥਾ ਟੇਕਦੇ ਹਾਂ ਤਾਂ ਕੀ ਖਿਆਲ ਕਰਕੇ ਟੇਕ ਰਹੇ ਹਾਂ? ਇਹ ਗੁਰੂ ਦੇ ਰੂਪ ਹੋ ਗਏ। ਧਿਆਨ ਰੱਖਣਾ, ਇਹਨਾਂ ਨੇ ਬਾਣੀ ਨੂੰ ਗੁਰੂ ਮੰਨਿਆ। ਇਹਨਾਂ ਨੇ ਹੁਣ ਜਨਮ ਅਤੇ ਮਰਨ ਇਹਨਾਂ ਵਿੱਚੋਂ ਮਿਟ ਗਿਆ ਤਾਂ ਮੱਥਾ ਟੇਕਦੇ ਹਾਂ। ਸਿੱਖ ਜਗਤ ਦਾ ਵਿੱਚ ਅਫਸੋਸ ਦੀ ਗੱਲ ਹੈ ਕਿ ਅੱਜ ਵੀ ਅਸੀਂ 10 ਪਾਤਸ਼ਾਹੀਆਂ ਦਾ ਪ੍ਰਕਾਸ਼ ਉਤਸਵ ਮਨਾਉਂਦੇ ਹਾਂ। ਅੱਜ ਵੀ ਅਸੀਂ ਉਹਨਾਂ ਦਾ ਜੋਤੀ ਜੋਤ ਦਿਵਸ ਮਨਾਉਂਦੇ ਹਾਂ। ਅੱਜ ਵੀ ਅਸੀਂ ਭਗਤਾਂ ਦੇ ਪ੍ਰਕਾਸ਼ ਉਤਸਵ 'ਤੇ ਜੋਤੀ ਜੋਤ ਮਨਾਉਣ ਲੱਗ ਗਏ। ਅਤੇ ਹੁਣ ਸਾਡੇ ਜਿਹੜੇ ਬਾਬੇ ਨੇ ਨਾ, ਉਹਨਾਂ ਦਾ ਵੀ ਅਸੀਂ ਬਰਸੀਆਂ ਮਨਾਉਣ ਲੱਗ ਗਏ। ਧਿਆਨ ਰੱਖਣਾ, ਜੀਵਨ ਵਿੱਚ ਬਲਕਿ ਤਾਂ ਸਿੱਖ ਨੇ ਪ੍ਰਕਾਸ਼ ਉਤਸਵ ਉਹ ਮਨਾਉਣਾ ਸੀ ਕਿ ਗੁਰਸਿੱਖ, ਹਰ ਗੁਰਸਿੱਖ ਜੋ ਗੁਰੂ ਨੂੰ ਗੁਰੂ ਮੰਨ ਰਿਹਾ, ਬਾਣੀ ਨੂੰ ਗੁਰੂ ਮੰਨ ਰਿਹਾ, ਕਿ ਭਾਈ ਸਾਡੇ ਮਨ ਵਿੱਚ ਬਾਣੀ ਦਾ ਪ੍ਰਕਾਸ਼ ਹੋ ਗਿਆ। ਭਾਈ ਆਖੋ ਸਤਿਨਾਮ। ਸਾਡਾ ਮਨ ਬਾਣੀ ਨਾਲ ਜੁੜਨ ਲੱਗ ਗਿਆ। ਸਾਡਾ ਮਨ ਬਾਣੀ ਦੇ ਨਾਲ ਜੁੜਨ ਦੀ ਪਿਆਸ ਰੱਖਦਾ ਹੈ। ਸਾਡਾ ਮਨ ਬਾਣੀ ਨੂੰ ਪੜ੍ਹੇ ਬਿਨਾਂ ਜੀਵਨ ਦੇ ਵਿੱਚ ਆਪਣੇ ਆਪ ਦੇ ਵਿੱਚ ਬੇਚੈਨ ਰਹਿੰਦਾ ਹੈ। ਧਿਆਨ ਰੱਖਣਾ, ਨਿਤ ਉੱਠ ਗਾਵੋ ਪ੍ਰਭ ਕੀ ਬਾਣੀ। ਨਿਤ ਧਿਆਨ ਰੱਖਣਾ, ਅਸੀਂ ਬਾਣੀ ਪੜ੍ਹਨੀ ਛੱਡ ਗਏ। ਖਿਆਲ ਕਰਿਓ, ਅਸੀਂ ਬਾਬਿਆਂ ਦੇ ਜਨਮ ਅਤੇ ਮਰਨ ਦਿਨ ਹੀ ਮਨਾਉਣ ਲੱਗ ਗਏ। ਅਸੀਂ ਪ੍ਰਕਾਸ਼ ਉਤਸਵ ਅਤੇ ਜੋਤੀ ਜੋਤ ਪ੍ਰਕਾਸ਼ ਅਤੇ ਜੋਤੀ ਜੋਤ ਹੀ ਮਨਾਉਣ ਲੱਗ ਗਏ। ਅਸੀਂ ਇਹ ਨਹੀਂ ਦੱਸ ਪਾਏ ਸਿੱਖਾਂ ਨੂੰ ਕਿ ਮਹਾਰਾਜ ਨੇ ਜਨਮ ਲਿਆ, 10 ਪਾਤਸ਼ਾਹੀਆਂ ਨੇ ਜਨਮ ਲਿਆ, ਫਿਰ ਉਹਨਾਂ ਦਾ ਜਨਮ ਮਰਨ ਮਿਟ ਗਿਆ। ਇਹ ਜੀਵਨ ਦਾ ਕਨਸੈਪਟ ਅਸੀਂ ਨਹੀਂ ਸਮਝਾ ਪਾ ਰਹੇ। ਜਿਵੇਂ ਹੁਣ ਆਪਾਂ ਜਨਮ ਲਿਆ, ਆਪਾਂ ਨੂੰ ਜਨਮ ਮਿਲਿਆ, ਕਈ ਜਨਮਾਂ ਦੇ ਆਪਾਂ ਭਟਕ ਰਹੇ ਹਾਂ ਅਤੇ ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਆ ਜਿਹੜਾ ਆਪਣਾ ਜਨਮ ਆਪਾਂ ਨੂੰ ਮਿਲਿਆ, ਇਹ ਰੱਬ ਦੇ ਲੇਖੇ ਲਗਾਉਣ ਦਾ ਸਾਡੇ ਮਨ ਵਿੱਚ ਕਨਸੈਪਟ ਹੀ ਨਹੀਂ ਆ ਰਿਹਾ ਕਿ ਆਪਾਂ ਨੇ ਮੁੜ ਕੇ ਜਨਮ ਨਹੀਂ ਲੈਣਾ। ਇਹ ਕਨਸੈਪਟ ਸਾਡੇ ਦਿਮਾਗ ਵਿੱਚ ਦ੍ਰਿੜ ਨਹੀਂ ਕੀਤਾ ਜਾ ਰਿਹਾ। ਅਸੀਂ ਤਾਂ ਮਹਾਰਾਜ ਦਾ ਵੀ ਪ੍ਰਕਾਸ਼ ਉਤਸਵ ਮਨਾ ਰਹੇ ਹਾਂ ਅਤੇ ਉਹਨਾਂ ਦਾ ਜੋਤੀ ਜੋਤ ਵੀ ਮਨਾ ਰਹੇ ਹਾਂ। ਧਿਆਨ ਰੱਖੋ, ਅਸੀਂ ਜੋਤੀ ਜੋਤ ਦੇ ਉੱਤੇ ਇੱਕ ਦਿਨ ਬੋਲਾਂਗੇ ਕਿ ਜੋਤੀ ਜੋਤ ਤਾਂ ਉਸ ਵੇਲੇ ਸਮਾ ਗਏ ਸੀ ਜਿਸ ਵੇਲੇ ਮਹਾਰਾਜ ਨੂੰ ਗੁਰਤਾ ਗੱਦੀ ਦਿੱਤੀ। ਭਾਈ ਆਖੋ ਸਤਿਨਾਮ। ਜਿਸ ਵੇਲੇ ਜੋਤੀ ਜੋਤ 'ਚ ਰਲ ਗਈ ਨਾ, ਉਹ ਪੂਰਨ ਉਹਨਾਂ ਦਾ ਜਨਮ ਮਰਨ ਮਿਟ ਗਿਆ ਨਾ, ਮਹਾਰਾਜ ਨੇ ਗੁਰਤਾ ਗੱਦੀ ਦੇ ਦਿੱਤੀ ਸੀ। ਭਾਈ ਆਖੋ ਸਤਿਨਾਮ। ਉਸ ਵੇਲੇ ਦੇ ਦਿੱਤੀ ਸੀ। ਯਾਨੀ ਉਹ ਗੁਰਤਾ ਗੱਦੀ ਦਾ ਮਾਲਕ ਹੁੰਦਾ ਹੈ ਜਿਹੜਾ ਆਪ ਵੀ ਉਧਰੇ ਅਤੇ ਦੂਜੇ ਨੂੰ ਵੀ ਉਧਾਰ ਸਕੇ, ਹੈ ਨਾ। ਮਹਾਰਾਜ ਕਹਿੰਦੇ ਜਿਹਨੇ ਆਪ ਰੱਬ ਨੂੰ ਸੁਣਿਆ ਅਤੇ ਉਹਨੂੰ ਕਮਾਇਆ ਅਤੇ ਆਪ ਵੀ ਉਧਰੇ ਅਤੇ ਦੁਨੀਆ ਨੂੰ ਵੀ, ਜਗਤ ਨੂੰ ਵੀ ਤਾਰਿਆ। ਸੁਣਤ ਕਮਾਵਤ ਹੋਤ ਉਧਾਰ, ਆਪ ਤਰੈ ਲੋਕੈ ਨਿਸਤਾਰ। ਧਿਆਨ ਰੱਖਣਾ,
ਉਸੇ ਵੇਲੇ ਜੋਤੀ ਜੋ ਸਮਾ ਗਏ ਮਹਾਰਾਜ, ਗੁਰਤਾ ਗੱਦੀ ਦੇ ਮਾਲਕ ਹੋ ਗਏ। ਹੁਣ ਮੁੜ ਕੇ ਉਹਨਾਂ ਨੇ ਜਨਮ ਮਰਨ 'ਚ ਨਹੀਂ ਆਉਣਾ, ਧਿਆਨ ਰੱਖਣਾ। ਮਹਾਰਾਜ ਕਹਿੰਦੇ ਨੇ ਭਾਈ ਅਬ ਆਵਨ ਜਾਨ ਰਹੇ। ਮਹਾਰਾਜ ਕਹਿੰਦੇ ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਹੇ ਔਰ ਗਰਭ ਬਸੇਰਾ। ਇਹ ਬਹੁਤ ਵੱਡਾ ਦੁੱਖ ਹੈ ਜਨਮ ਲੈਣਾ, ਇਹ ਬਹੁਤ ਵੱਡਾ ਦੁੱਖ ਹੈ। ਮੁੜ ਕੇ ਫਿਰ ਜਨਮ ਲੈ ਲਵੇ ਬੰਦਾ ਤੇ ਸਮਝਣਾ ਬੰਦੇ ਨੇ ਜੀਵਨ ਵਿੱਚ ਰੱਬ ਨੂੰ ਆਪਣੇ ਅੰਦਰ ਜਾਣਿਆ ਨਹੀਂ, ਤੇ ਉਹਦੀ ਕਿਹੜੀ ਕਿਹੜੀ ਨਿਸ਼ਾਨੀ ਹੁੰਦੀ ਆਪਾਂ ਅੱਗੇ ਵਿਚਾਰਾਂਗੇ। ਬੰਦਾ ਕਿਵੇਂ ਡਰਦਾ ਹੈ, ਡਰ ਡਰ ਕੇ ਕਿਵੇਂ ਮਰਦਾ ਹੈ। ਡਰ ਡਰ ਮਰਤੇ ਜਬ ਜਾਨੀਏ ਦੂਰ, ਡਰ ਚੂਕਾ ਦੇਖਿਆ ਭਰਪੂਰ, ਹੈ ਨਾ। ਬੰਦਾ ਕਿਵੇਂ ਹੰਕਾਰੀ ਹੋ ਜਾਂਦਾ ਹੈ। ਭਜਨ ਕਰਨ ਵਾਲਾ ਵੀ ਹੰਕਾਰੀ ਹੋ ਜਾਂਦਾ ਜੇ ਗਿਆਨ ਨਾ ਹੋਵੇ। ਕਹਿੰਦੇ ਅਨਕ ਤਪੱਸਿਆ ਕਰੇ ਹੰਕਾਰ, ਨਰਕ ਸੁਰਗ ਫਿਰ ਅਵਤਾਰ। ਭਜਨ ਕਰਨ ਵਾਲਾ ਵੀ ਕਹਿੰਦੇ ਜੇ ਗਿਆਨ ਨਾ ਹੋਵੇ, ਕਹਿੰਦੇ ਜੀਵਨ 'ਚ ਫਿਰ ਜਨਮ ਲੈਂਦਾ ਹੈ, ਫਿਰ ਜਨਮ, ਉਹਦਾ ਜਨਮ ਮਰਨ ਮਿਟਦਾ ਨਹੀਂ ਹੈ, ਉਹਦਾ ਆਵਾਗਮਨ ਖਤਮ ਨਹੀਂ ਹੋ ਰਿਹਾ ਹੈ। ਸੋ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਹ ਕਿਉਂ ਹੋ ਰਿਹਾ ਹੈ? ਕਿਉਂਕਿ ਬਹੁਤ ਸਾਰੇ ਜੋ ਆਮ ਸੰਸਾਰੀ ਬੰਦੇ ਹੁੰਦੇ ਨੇ ਉਹ ਗੁਰਦੁਆਰੇ ਦੇ ਬਣ ਜਾਂਦੇ ਨੇ ਪ੍ਰਧਾਨ। ਧਿਆਨ ਰੱਖਿਓ, ਜਿਹੜਾ ਆਮ ਗੁਰਮੁਖ ਹੁੰਦਾ ਹੈ ਉਹਨੂੰ ਨੇੜੇ ਨਹੀਂ ਆਉਣ ਦਿੰਦੇ। ਧਿਆਨ ਰੱਖਿਓ, ਜਗ ਮੈਂ ਉੱਤਮ ਕਾਢੀਏ ਵਿਰਲੇ ਕੇਈ ਕੇ। ਜਿਹੜਾ ਬਾਣੀ ਪੜ੍ਹਨ ਵਾਲਾ, ਬਾਣੀ 'ਤੇ ਚੱਲਣ ਵਾਲਾ ਹੁੰਦਾ ਹੈ, ਉਹਨੂੰ ਜੀਵਨ ਦੇ ਵਿੱਚ ਕੋਈ ਅਹੁਦਾ ਨਹੀਂ ਦਿੰਦੇ ਸਾਡੇ ਸੰਸਾਰ ਵਿੱਚ। ਭਗਤਾਂ ਤੇ ਸਹਿਸਾਰੀਆ ਕਹਿੰਦੇ ਜੋੜ ਕਦੇ ਨਾ ਆਇਆ। ਇਹ ਗੁਰਦੁਆਰੇ ਗੁਰੂ ਨਾਨਕ ਪਾਤਸ਼ਾਹ ਦੇ ਟਾਈਮ ਤੋਂ ਲੈ ਕੇ ਭਾਈ ਜਦੋਂ ਮਹਾਰਾਜ ਨੇ ਇਹ ਪਹਿਲਾ ਪ੍ਰਕਾਸ਼ ਗੁਰੂ ਪੰਚਮ ਪਾਤਸ਼ਾਹ ਨੇ ਕੀਤਾ ਨਾ ਜੀ, ਉਸ ਤੋਂ ਬਾਅਦ ਇਹ ਬੀੜ ਲਿਖਣ ਦਾ ਤੇ ਬੀੜ ਉੱਥੇ ਰਹਿਣ ਦਾ, ਅੰਮ੍ਰਿਤਸਰ ਸਾਹਿਬ ਦਾ ਜੋ ਸਰੂਪ ਹੈ ਉਹ ਕਰਤਾਰਪੁਰ ਵਾਲੀ ਬੀੜ ਵੱਜਦੀ ਹੈ। ਉਹਨਾਂ ਨੇ ਹੀ ਮਹਾਰਾਜ ਨੂੰ ਉੱਥੋਂ ਕੱਢ ਦਿੱਤਾ। ਧਿਆਨ ਰੱਖਣਾ, ਜੋ ਪਿਰਥੀਏ ਸੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਵੱਡਾ ਪੁੱਤਰ ਸੀ ਪਿਰਥੀ ਚੰਦ। ਮਹਾਰਾਜ ਪੰਚਮ ਪਾਤਸ਼ਾਹ ਨੇ ਬੀੜ ਲਿਖਵਾਈ ਸੀ, ਪਹਿਲੀ ਵਾਰ ਲਿਖਾਈ ਸੀ, ਪਹਿਲੀ ਵਾਰ। ਧਿਆਨ ਰੱਖਣਾ, ਜਿਨ੍ਹਾਂ ਨੂੰ ਆਪਾਂ ਆਦਿ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਹਾਂ। ਧਿਆਨ ਰੱਖਣਾ, ਆਦਿ ਗ੍ਰੰਥ ਜਿਹਨੂੰ ਆਪਾਂ ਕਹਿ ਰਹੇ ਪੋਥੀ ਪਰਮੇਸ਼ਰ ਕਾ ਥਾਨ। ਹਾਲੇ ਗੁਰਤਾ ਗੱਦੀ ਨਹੀਂ ਦਿੱਤੀ ਮਹਾਰਾਜ ਨੇ। ਪ੍ਰਕਾਸ਼ ਉਸ ਦਾ, ਉਸ ਬਾਣੀ ਦਾ ਕੀਤਾ ਗਿਆ ਜਿਹੜੀ ਧੁਰਕੀ ਬਾਣੀ ਹੈ, ਜਿਹੜੀ ਬੰਦਿਆਂ ਦੀ ਬਾਣੀ ਨਹੀਂ ਹੈ, ਜਿਹੜੀ ਭਗਤਾਂ ਦੀ ਅੰਦਰੋਂ ਆਈ ਹੋਈ ਰੱਬ ਦੀ ਬਾਣੀ ਹੈ। ਮਹਾਰਾਜ ਨੇ ਉਸ ਬਾਣੀ ਨੂੰ ਸਿਲੈਕਟ ਕੀਤਾ, ਇਕੱਠਾ ਕੀਤਾ, ਕਤਰਤ ਕਰਕੇ ਬਾਣੀ ਦਾ ਪ੍ਰਕਾਸ਼ ਕੀਤਾ ਹੈ। ਧਿਆਨ ਰੱਖਣਾ, ਉਸ ਬਾਣੀ ਦਾ ਪ੍ਰਕਾਸ਼ ਜਿਸ ਦਿਨ ਹੋਇਆ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜਿਸ ਕੋਠੇ 'ਤੇ ਕਮਰੇ 'ਚ ਰਹਿੰਦੇ ਸੀ ਨਾ ਜੀ, ਆਪ ਰਹਿੰਦੇ ਸੀ, ਅਤੇ ਉਹਨਾਂ ਨੇ ਪਲੰਗ ਬਦਲਤਾ। ਧਿਆਨ ਰੱਖਣਾ, ਪਲੰਗ ਬਦਲ ਕੇ ਮਹਾਰਾਜ ਦਾ ਪ੍ਰਕਾਸ਼ ਦਾ ਪਲੰਗ ਵਧੀਆ ਬਣਾ ਕੇ ਸਜਾ ਕੇ ਉੱਚਾ ਕਰਕੇ ਉੱਥੇ ਕਮਰੇ 'ਚ ਪਹਿਲੀ ਆਦਿ ਬੀੜ ਜਿਹੜੀ ਸਵੇਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਤੋਂ ਲਿਖਵਾਈ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਉਸ ਦਾ ਮਹਾਰਾਜ ਨੇ ਉੱਥੇ ਸੁਖਾਸਨ ਕੀਤਾ। ਸੁਖਾਸਨ ਕਰਕੇ ਆਪ ਥੱਲੇ ਚਾਦਰ ਵਿਛਾ ਕੇ ਥੱਲੇ ਬਹਿੰਦੇ ਰਹੇ, ਆਪ ਬਹਿੰਦੇ ਰਹੇ, ਦੁਨੀਆ ਨੂੰ ਇਹ ਦਿਖਾਉਣ ਵਾਸਤੇ ਕਿ ਮੇਰੇ ਸਰੀਰ ਨਾਲੋਂ ਉੱਚੀ ਇਹ ਬਾਣੀ ਹੈ। ਭਾਈ ਆਖੋ ਸਤਿਨਾਮ। ਇਹ ਬਾਣੀ ਕਹਿੰਦੇ ਕਿਹੜੀ ਬਾਣੀ? ਜਿਹੜੀ ਮੇਰੇ ਵਿੱਚੋਂ ਹੀ ਨਹੀਂ ਆਈ, ਇਹਨਾਂ ਸਾਰਿਆਂ ਭਗਤਾਂ ਵਿੱਚੋਂ ਆਈ। ਧਿਆਨ, ਇਹਨਾਂ ਸਾਰਾ ਭਗਤਾਂ ਵਿੱਚੋਂ ਇੱਕ ਰੱਬ ਬੋਲੇ। ਉਸ ਬਾਣੀ ਦਾ ਮਹਾਰਾਜ ਨੇ ਬਿਰਾਜਮਾਨ ਉਸ ਜਗ੍ਹਾ 'ਤੇ ਕੀਤਾ ਜਿੱਥੇ ਪਹਿਲਾਂ ਰੱਬ ਦੀ ਬਾਣੀ ਇਹਨਾਂ ਦੇ ਗੁਰੂ ਅਰਜਨ ਦੇਵ ਵਿੱਚੋਂ ਆਉਂਦੀ ਆਈ, ਅਤੇ ਮਹਾਰਾਜ ਨੂੰ ਗੁਰਤਾ ਗੱਦੀ ਗੁਰੂ ਮਹਾਰਾਜ ਰਾਮਦਾਸ ਜੀ ਨੇ ਦਿੱਤੀ। ਦੇਣ ਤੋਂ ਬਾਅਦ ਉਹ ਆਪ ਜਿਸ ਪਲੰਗ 'ਤੇ ਪਹਿੰਦੇ ਹੁੰਦੇ ਸੀ, ਅਤੇ ਜਿਸ ਵੇਲੇ ਮਹਾਰਾਜ ਦੀ ਬਾਣੀ ਦਾ ਪ੍ਰਕਾਸ਼ ਪੂਰਾ ਨਿਵੇਕਲ ਕਰਕੇ ਕੀਤਾ, ਅਤੇ ਮਹਾਰਾਜ ਨੇ ਪ੍ਰਕਾਸ਼ ਹੋਣ ਤੋਂ ਬਾਅਦ, ਪਹਿਲੇ ਪ੍ਰਕਾਸ਼ ਤੋਂ ਬਾਅਦ ਜਿਸ ਵੇਲੇ ਮਹਾਰਾਜ ਨੇ ਸੁਖਾਸਨ ਕੇ ਬਿਰਾਜਮਾਨ ਕੀਤੇ, ਅਤੇ ਕਿੱਥੇ ਕੀਤੇ? ਜਿੱਥੇ ਆਪ ਪੈਂਦੇ ਹੁੰਦੇ ਸੀ। ਧਿਆਨ ਰੱਖਣਾ, ਪਲੰਗ ਵਧੀਆ ਤੋਂ ਵਧੀਆ ਸਜਾ ਕੇ, ਅਤੇ ਆਪ ਹੁਣ ਕਿੱਥੇ ਰਹਿੰਦੇ ਨੇ? ਕਹਿੰਦੇ ਆਪ ਥੱਲੇ ਬਿਰਾਜਦੇ ਨੇ ਚਾਦਰ 'ਤੇ। ਆਖੋ ਸਤਿਨਾਮ। ਸੋ ਇਸ ਗੱਲ ਨੂੰ ਪਹਿਲਾਂ ਬਹੁਤ ਧਿਆਨ ਨਾਲ ਆਪਾਂ ਨੇ, ਜਿਵੇਂ ਹੰਸ ਮੋਤੀ ਚੁਗਦਾ ਨਾ ਜੀ, ਆਏ ਸਿੱਖ ਰੂਪੀ ਸਾਡੀ ਹੰਸ ਬੁੱਧੀ ਨੇ ਇਸ ਗਿਆਨ ਨੂੰ ਹਿਰਦੇ ਵਿੱਚ ਚੁਣਨਾ ਹੈ ਗੁਰਬਾਣੀ ਤੋਂ, ਇਸ ਖਿਆਲ ਤੋਂ ਕਿ ਮਹਾਰਾਜ ਨੇ ਬਾਣੀ ਦਾ ਪ੍ਰਕਾਸ਼ ਬਹੁਤ ਉੱਚਾ ਸਮਝਿਆ, ਅਤੇ ਸਰੀਰ ਦਾ ਪ੍ਰਕਾਸ਼ ਅਤੇ ਵਿਰਾਜਨਾ
ਥੱਲੇ ਰੱਖਿਆ ਧਿਆਨ ਰੱਖਣਾ। ਸੋ ਮਹਾਰਾਜ ਦਾ ਇੱਥੋਂ ਹੀ ਕੌਨਸੈਪਟ ਸ਼ੁਰੂ ਹੁੰਦਾ ਹੈ ਕਿ ਕਿਸੇ ਵੀ ਮੂਰਤੀ ਦਾ ਤਸਵੀਰ ਬਣਾ ਕੇ, ਕਿਸੇ ਵੀ ਮਹਾਰਾਜ ਦੀ ਫੋਟੋ ਬਣਾ ਕੇ ਬਾਣੀ ਦੇ ਤੁਲ ਨਹੀਂ ਰੱਖਣੀ ਭਾਈ। ਆਖੋ ਸਤਿਨਾਮ, ਨਹੀਂ ਰੱਖਣੀ। ਪਰ ਐਸੀ ਗਲਤੀ ਸਾਡੇ ਲੋਕਾਂ ਨੇ ਕੀਤੀ। ਮਹਾਰਾਜ ਦੇ ਐਸੇ ਸਰੂਪ ਵੀ ਬਣਾਏ ਲੋਕਾਂ ਨੇ, ਉਦਾਸੀਆਂ ਨੇ, ਨਿਰਮਲਿਆਂ ਨੇ, ਜਿਨ੍ਹਾਂ ਨੇ ਮਹਾਰਾਜ ਦੀ ਬਾਣੀ ਦੇ ਵਿੱਚ ਫੋਟੋਆਂ ਬਣਾਤੀਆਂ ਮਹਾਰਾਜ ਦੀਆਂ। ਧਿਆਨ ਰੱਖ, ਫੋਟੋਆਂ ਬਣਾਈਆਂ, ਐਸੇ ਸਰੂਪ ਨੇ। ਸੋ ਕਹਿਣ ਦਾ ਭਾਵ ਇਹ ਹੈ, ਪਹਿਲੀ ਗੱਲ ਤਾਂ ਬਾਣੀ ਨੂੰ ਗੁਰੂ ਕਿਵੇਂ ਸਾਡੇ ਮਨ ਵਿੱਚ ਇਹ ਕੌਨਸੈਪਟ ਵਸੇ। ਅੱਜ ਆਪਾਂ ਕੇਵਲ ਗੁਰੂ ਦੇ ਉੱਤੇ ਬੋਲ ਰਹੇ ਹਾਂ। ਧਿਆਨ ਰੱਖ ਕਿ ਬਾਣੀ ਗੁਰੂ ਕਿਵੇਂ ਹੈ। ਸੋ ਕੱਲ੍ਹ ਨੂੰ ਆਪਾਂ ਬਾਣੀ ਗੁਰੂ ਤੋਂ ਸਿੱਖ ਕਿਵੇਂ ਗੁਰ ਸਿੱਖਦਾ, ਉਹਦੇ ਉੱਤੇ ਵਿਚਾਰ ਕਰਾਂਗੇ। ਸੋ ਅੱਜ ਇਸ ਗੱਲ ਨੂੰ ਵਿਚਾਰੀਏ ਕਿ ਨਾਨਕ ਸੱਚੇ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹੀਆਂ ਤੱਕ ਗੁਰਤਾ ਗੱਦੀ ਬਹੁਤ ਸਪਸ਼ਟ ਤਰੀਕੇ ਨਾਲ ਦਿੱਤੀ ਜਾਂਦੀ। ਜਿਹੜੇ ਬੰਦੇ ਨੂੰ ਪਹਿਲਾਂ ਸਮਝਾਇਆ ਜਾਂਦਾ ਸੀ ਕਿ ਭਾਈ ਰੱਬ ਤੁਹਾਡੇ ਵਿੱਚ ਵਸਦਾ ਹੈ। ਫਿਰ ਦੂਜੀ ਗੱਲ, ਰੱਬ ਤੁਹਾਡੇ ਵਿੱਚੋਂ ਬੋਲਦੇ ਨੇ। ਫਿਰ ਤੀਜੀ ਗੱਲ, ਰੱਬ ਤੁਹਾਡੇ ਵਿੱਚੋਂ ਕਰਦੇ ਨੇ। ਫਿਰ ਚੌਥੀ ਗੱਲ, ਜਦੋਂ ਸਿੱਖ ਕੋਈ ਵੀ ਕੰਮ ਕਰਕੇ ਬੋਲੇ ਤੇ ਕੀ ਬੋਲੇ, ਮਾਲਕ ਸਭ ਕੁਛ ਕੀਤਾ ਤੇਰਾ ਹੋਵੇ, ਨਾਹੀਂ ਕਿਛ ਅਸਾੜਾ ਜੀਓ, ਇਹ ਬੋਲੇ। ਤੇ ਹੋਰ ਕੀ ਜਾਣੇ ਸੰਸਾਰ ਨੂੰ, ਇਹ ਜਾਣੇ ਕਿ ਕੋਈ ਵੀ ਚਾਹੇ ਮਾਤਾ ਕਰ ਰਹੀ ਹੈ, ਚਾਹੇ ਪਿਤਾ ਕਰ ਰਿਹਾ ਹੈ, ਚਾਹੇ ਕੋਈ ਕਿਸੇ ਸਮਾਜ ਦਾ ਬੰਦਾ ਕਰ ਰਿਹਾ ਹੈ, ਕਰਨ ਵਾਲਾ ਕੇਵਲ ਰੱਬ ਹੈ, ਕੋਈ ਦੂਜਾ ਨਹੀਂ ਕਰ ਸਕਦਾ। ਆਖੋ ਸਤਿਨਾਮ। ਫਿਰ ਕੀ ਸਮਝੇ, ਸਭ ਦੇ ਵਿੱਚ ਰੱਬ ਨੂੰ ਜਾਣੇ। ਇਹ ਕੌਨਸੈਪਟ ਨੂੰ ਹਮੇਸ਼ਾ ਵਸਾ ਕੇ ਰੱਖੇ। ਜਿਵੇਂ ਪ੍ਰਹਿਲਾਦ ਆਪਣੇ ਪਿਤਾ ਨੂੰ ਵੀ ਸਮਝਾ ਰਿਹਾ ਹੈ, ਧਿਆਨ ਰੱਖਣਾ। ਤੇ ਪਿਤਾ ਹਰਨਾਕਸ਼ ਹੈ, ਪਿਤਾ ਬ੍ਰਾਹਮਣ ਹੈ, ਪਿਤਾ ਚਾਰੋਂ ਵੇਦਾਂ ਦਾ ਗਿਆਤਾ ਹੈ, ਪਿਤਾ ਰਾਜਾ ਹੈ, ਪਿਤਾ ਲੋਕਾਂ ਦੀ ਬਹੁਤ ਮਦਦ ਕਰ ਰਿਹਾ ਹੈ। ਸਭ ਕੁਝ ਕਰਕੇ ਪਿਤਾ ਇਹ ਕਹਿ ਰਿਹਾ ਹੈ, ਮੈਂ ਹੀ ਭਗਵਾਨ। ਆਖੋ ਸਤਿਨਾਮ। ਮਹਾਰਾਜ ਕਹਿੰਦੇ ਭਾਈ ਕੋਈ ਵੀ ਸਿੱਖ ਕਿਸੇ ਵੀ ਪ੍ਰਕਾਰ ਦੇ ਅਹੁਦੇ 'ਤੇ ਹੋਵੇ, ਚਾਹੇ ਰਾਜਾ ਬਣ ਜਾਏ, ਧਿਆਨ ਰੱਖਣਾ। ਨਹੀਂ ਤਾਂ ਅੱਜ ਸੰਸਾਰ ਦੇ ਰਾਜਿਆਂ ਦਾ ਦੇਖੋ ਕੀ ਹਾਲ ਹੋ ਰਿਹਾ ਹੈ ਨਾ। ਜੀਵਨ ਵਿੱਚ ਲੋਕਾਂ ਨੂੰ ਲੁੱਟਣ ਲੱਗ ਗਏ। ਸੰਸਾਰ ਦੇ ਰਾਜੇ ਲੋਕਾਂ ਦੇ ਸਭ ਤੋਂ ਵੱਡੇ ਸਕੈਮ ਕਰਨ ਲੱਗ ਗਏ। ਧਿਆਨ ਰੱਖਣਾ, ਇਹ ਹਾਲ ਸੰਸਾਰ ਦਾ ਹੋ ਰਿਹਾ ਹੈ। ਉਸ ਵੇਲੇ ਵੀ ਇਸ ਕੌਨਸੈਪਟ ਤੋਂ ਹੀ ਦੁਨੀਆ ਨਿਕਲੀ ਹੈ। ਪਿਤਾ ਹਰਨਾਕਸ਼ ਹੈ, ਚਾਰੋਂ ਵੇਦਾਂ ਦਾ ਗਿਆਤਾ ਹੈ ਤੇ ਰਾਜਾ ਹੈ, ਤੇ ਬੇਟਾ ਹਾਲੇ ਪੈਦਾ ਹੋਇਆ ਹੈ। ਬੇਟੇ ਨੂੰ ਬਚਪਨ ਤੋਂ ਵੀ ਰੱਬ ਨੇ ਸੋਝੀ ਦਿੱਤੀ ਹੈ। ਇੰਨਾ ਧਨਾੜ ਗਿਆਨ ਦੇ ਨਾਲ ਬੱਚਾ ਪੈਦਾ ਹੋਇਆ ਹਰਨਾਕਸ਼ ਦੇ ਘਰੇ ਪ੍ਰਹਿਲਾਦ, ਤਾਂ ਕਿ ਹਰਨਾਕਸ਼ ਨੂੰ ਸੋਝੀ ਦੇ ਦੇ ਰੱਬ। ਧਿਆਨ ਰੱਖਣਾ। ਤੇ ਪਿਤਾ ਸਮਝਾ ਰਿਹਾ ਹੈ ਕਿ ਮੈਂ ਰਾਜਾ, ਮੈਨੂੰ ਰੱਬ ਕਹੋ। ਤੇ ਬੇਟਾ ਕਹਿ ਰਿਹਾ ਨਹੀਂ ਪਿਤਾ ਜੀ, ਰੱਬ ਤੁਸੀਂ ਨਹੀਂ ਹੋ, ਰੱਬ ਤੁਹਾਡੇ ਵਿੱਚ ਵਸਦਾ ਤੇ ਉਹ ਕਰਾਉਂਦਾ, ਤਾਂ ਤੁਸੀਂ ਕਰਦੇ ਹੋ। ਤੇ ਇਸ ਗੱਲ 'ਤੇ ਹੀ ਪਿਤਾ ਗੁੱਸਾ ਹੋ ਗਿਆ। ਧਿਆਨ ਜੀਵਨ ਵਿੱਚ ਆ ਜਿੰਨੀ ਸਟੋਰੀ ਤੁਸੀਂ ਸੁਣੋਗੇ ਨਾ ਇਹਨਾਂ ਦੋਹਾਂ ਦੀ, ਹਰਨਾਕਸ਼ ਤੇ ਪ੍ਰਹਿਲਾਦ ਦੀ, ਤੇ ਐਂਡ ਉਹਦਾ ਇੱਥੇ ਜਾ ਕੇ ਖਤਮ ਹੁੰਦਾ ਹੈ। ਕਹਿੰਦੇ ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਧਿਆਨ ਰੱਖਣਾ, ਇੱਥੇ ਜਾ ਕੇ ਖਤਮ ਹੁੰਦਾ ਹੈ ਕਿ ਪ੍ਰਹਿਲਾਦ ਪਿਤਾ ਨੂੰ ਸਮਝਾ ਰਿਹਾ ਹੈ, ਨਹੀਂ ਸਮਝ ਆ ਰਹੀ। ਰੱਬ ਨੇ ਫਿਰ ਪ੍ਰਹਿਲਾਦ ਵਾਸਤੇ ਕਹਿੰਦੇ ਭਾਈ ਆਹ ਸਰੂਪ ਬਣਾਇਆ ਨਰਸਿੰਘ ਦਾ। ਮਹਾਰਾਜ ਦੀ ਗੁਰਬਾਣੀ ਦੇ ਵਿੱਚ 3 ਸ਼ਬਦ ਨੇ, 3 ਸ਼ਬਦ। ਧਿਆਨ ਰੱਖਣਾ, ਤਾਂ ਕਿ ਦੁਨੀਆ ਨੂੰ ਸਮਝ ਆ ਜੇ ਕਿ ਸਤਿਯੁਗ ਦੇ ਵਿੱਚ ਵੀ ਇਹ ਹੀ ਚੱਲਦਾ ਰਿਹਾ, ਤੇ ਹੁਣ ਕਲਯੁਗ ਵਿੱਚ ਵੀ, ਚਾਹੇ ਕਿਸੇ ਯੁੱਗ ਵਿੱਚ ਹੋਵੇ, ਰੱਬ ਸਭ ਦੇ ਵਿੱਚ ਸੀ। ਰੱਬ ਸਭ ਦੇ ਵਿੱਚੋਂ ਬੋਲਦੇ ਨੇ, ਰੱਬ ਸਭ ਦੇ ਵਿੱਚੋਂ ਕਰਦੇ ਨੇ, ਸਭ ਦੇ ਵਿੱਚ ਰੱਬ ਨੂੰ ਦੇਖਣਾ ਆਪਾਂ ਨੇ। ਧਿਆਨ ਰੱਖਣਾ, ਚਾਹੇ ਭਾਸ਼ਾ ਤੁਸੀਂ ਕੋਈ ਵੀ ਬੋਲਦੇ ਹੋ, ਇਹ ਮੈਟਰ ਨਹੀਂ ਕਰਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਕਲਯੁਗ ਦੇ ਵਿੱਚ ਸਰੂਪ ਬਣਾਇਆ, ਰੱਬ ਨੇ ਬਣਾਇਆ। ਧਿਆਨ ਰੱਖਣਾ, ਕੋਈ ਪਾਤਸ਼ਾਹ ਨਹੀਂ ਕਹਿ ਸਕਦਾ ਮੈਂ ਬਣਾਇਆ। ਆਖੋ ਸਤਿਨਾਮ। ਕੋਈ ਨਹੀਂ ਕਹਿ ਸਕਦਾ, ਨਾ ਨਾਨਕ ਪਾਤਸ਼ਾਹ ਕਹਿ ਸਕਦੇ ਸੀ, ਨਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ। ਧਿਆਨ ਰੱਖਣਾ, ਮਹਾਰਾਜ ਦਸਮ ਪਾਤਸ਼ਾਹ ਵੀ ਕਹਿੰਦੇ ਨੇ ਪੰਥ ਚਲੇ ਤਬ ਜਗਤ ਮੈਂ, ਜਬ ਤੁਮ ਕਰੋ ਸਹਾਏ। ਧਿਆਨ ਰੱਖਣਾ, ਮਹਾਰਾਜ ਕਹਿੰਦੇ ਭਾਈ ਇਹ ਪੰਥ ਮੈਂ ਨਹੀਂ ਬਣਾਇਆ,
ਇਹ ਪੰਥ ਮੈਂ ਨਹੀਂ ਚਲਾ ਰਿਹਾ। ਧਿਆਨ ਰੱਖਣਾ, ਕੋਈ ਪਾਤਸ਼ਾਹ ਨਹੀਂ ਬੋਲ ਸਕਦੇ ਕਿ ਆਹ ਕੰਮ ਮੈਂ ਕੀਤਾ। ਧਿਆਨ ਰੱਖਣਾ, ਇਹ ਕਿਹਨਾਂ ਨੇ ਲਿਖੀਆਂ ਸਾਖੀਆਂ? ਇਹ ਸਾਖੀ ਕੌਣ ਲਿਖ ਰਿਹਾ ਹੈ? ਇਹ ਸਾਖੀਆਂ ਜੋ ਅਸੀਂ ਰੋਜ਼ ਨਿੱਤ ਪੜ੍ਹ ਰਹੇ ਹਾਂ, ਇਹਨੂੰ ਵਿਚਾਰਿਓ, ਇਹ ਸਾਖੀਆਂ ਕਿਹਨਾਂ ਦੀ ਲਿਖੀਆਂ ਹੋਈਆਂ? ਸਿੱਖ ਨੂੰ ਮਹਾਰਾਜ ਨੇ ਕਿਹੜੀ ਸਾਖੀ ਨਾਲ ਜੋੜਿਆ ਸੀ? ਆਪਾਂ ਵਿਚਾਰੀਏ, ਸਿੱਖ ਨੂੰ ਮਹਾਰਾਜ ਨੇ ਜੋੜਿਆ ਸੀ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ। ਕਹਿੰਦੇ ਭਾਈ ਗੁਰਮੁਖ ਹੋਏ ਸੋ ਭਾਉ ਕਰੇ, ਆਪਣਾ ਆਪ ਪਛਾਣੈ, ਗੁਰ ਪ੍ਰਸਾਦੀ ਜੀਵਤ ਮਰੇ, ਤਾਂ ਮਨ ਹੀ ਤੇ ਮਨ ਮਾਨੇ। ਕਹਿੰਦੇ ਜਿਨ ਕੋ ਮਨ ਕੀ ਪ੍ਰਤੀਤ ਨਾਹੀਂ, ਨਾਨਕ ਸੇ ਕਿਆ ਕਥੇ ਗਿਆਨੇ। ਕਹਿੰਦੇ ਜੀਵਨ 'ਚ ਆ ਜਿਹੜਾ ਲੋਕਾਂ ਨੇ ਗਿਆਨ ਸਾਨੂੰ ਦੇ ਰਹੇ ਨੇ ਨਾ ਅੱਜ ਕੱਲ੍ਹ, ਆਹ ਸਾਖੀਆਂ ਸੁਣਾ ਕੇ ਦੇ ਰਹੇ ਨੇ। ਧਿਆਨ ਰੱਖਣਾ, ਹਰੇਕ ਬੰਦਾ ਸਾਖੀਆਂ ਜਿਹੜੀਆਂ ਸੁਣ ਰਿਹਾ, ਕੀ ਸੁਣ ਰਿਹਾ? ਆਹ ਨਾਨਕ ਪਾਤਸ਼ਾਹ ਨੇ ਕੀਤਾ, ਆਹ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ, ਆਹ ਗੁਰੂ ਮਹਾਰਾਜ ਨੇ ਕੀਤਾ, ਆਹ ਦੇਖੋ ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ, ਆਏਂ ਸੁਣ ਰਹੇ। ਇਹ ਨਹੀਂ ਸੁਣ ਰਹੇ ਕਿ ਜੀ ਨਾਨਕ ਪਾਤਸ਼ਾਹ ਨੇ ਆਪ ਰੱਬ ਨਾਲ ਜੁੜੇ, ਨਾਨਕ ਪਾਤਸ਼ਾਹ ਨੇ ਆਪ ਰੱਬ ਨਾਲ ਸਾਨੂੰ ਜੋੜਨਾ ਸਿਖਾਇਆ। ਨਾਨਕ ਪਾਤਸ਼ਾਹ ਤੋਂ ਲੈ ਕੇ ਜਿੰਨੇ ਵੀ ਪਾਤਸ਼ਾਹੀਆਂ ਸੀ, ਜਿੰਨੇ ਵਿੱਚੋਂ ਰੱਬ ਦੀ ਬਾਣੀ ਆਈ, ਸਭ ਬਾਣੀ ਨੂੰ ਇਸ ਕਦਰ ਨਾਲ ਗਾਉਂਦੇ ਕਿ ਰੱਬ ਗਾ ਰਿਹਾ ਹੈ। ਚਾਹੇ ਜੈਦੇਵ ਜੀ ਵਿੱਚੋਂ ਬੋਲ ਰਹੇ ਨੇ, ਚਾਹੇ ਕਬੀਰ ਸਾਹਿਬ ਜੀ ਵਿੱਚੋਂ ਬੋਲ ਰਹੇ ਨੇ, ਤਾਂ ਕਿ ਸਿੱਖਣ ਵਾਲੇ ਦਾ ਜਿਹੜਾ ਕੌਨਸੈਪਟ ਸੀ ਇਤਨਾ ਕਲੀਅਰ ਹੋ ਜਾਂਦਾ ਕਿ ਸਭ ਹੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਅੱਜ ਗੁਰਦੁਆਰੇ ਦੇ ਵਿੱਚ ਸਿੱਖਾਂ ਦੇ ਇਸ ਤਰ੍ਹਾਂ ਸਿੱਖ ਸੰਗਤ ਬੈਠੀ ਹੋਣੀ ਚਾਹੀਦੀ ਸੀ, ਚਾਹੇ ਕਿਸੇ ਜਾਤੀ ਦਾ ਹੁੰਦਾ। ਧਿਆਨ ਰੱਖਣਾ, ਚਾਹੇ ਉਹ ਕਿਸੇ ਵੀ ਜਾਤੀ ਦਾ ਹੁੰਦਾ, ਉਹਦੀ ਭਾਸ਼ਾ ਦੇ ਵਿੱਚ ਉਹ ਸ਼ਬਦ ਸੁਣਾਇਆ ਜਾਂਦਾ। ਦੇਖੋ ਗੁਰੂ ਗ੍ਰੰਥ ਸਾਹਿਬ ਵਿੱਚ ਸੰਸਕ੍ਰਿਤ ਦੇ ਵੀ ਸ਼ਬਦ ਨੇ, ਫਾਰਸੀ ਦੇ ਵੀ ਸ਼ਬਦ ਨੇ, ਪੰਜਾਬੀ ਦੇ ਵੀ ਸ਼ਬਦ ਨੇ, ਸਿੰਧੀਆਂ ਦੇ ਬੋਲੀ ਦੇ ਵੀ ਸ਼ਬਦ ਵੀ ਨੇ। ਧਿਆਨ ਰੱਖਣਾ, ਮਰਾਠੀ ਬੋਲੀ ਦੇ ਸ਼ਬਦ ਨੇ। ਮਹਾਰਾਜ ਦੇ ਬਾਣੀ ਦੇ ਵਿੱਚ ਹਰੇਕ ਇਲਾਕੇ ਦੀ ਬੋਲੀ ਦੇ ਸ਼ਬਦ ਨੇ। ਕਿਉਂ ਨੇ ਉਹ? ਅਸੀਂ ਇਸ ਗੱਲ ਨੂੰ ਵਿਚਾਰ ਨਹੀਂ ਰਹੇ। ਅਸੀਂ ਹੁਣ ਕੀ ਕਰ ਰਹੇ ਹਾਂ? ਜਦੋਂ ਸਿੱਖ ਪੰਜਾਬ ਦੇ ਬੈਠੇ ਹੁੰਦੇ ਨੇ, ਅਸੀਂ ਫਾਰਸੀ ਸੁਣਾਉਂਦੇ ਹੁੰਦੇ ਹਾਂ ਜਿਨ੍ਹਾਂ ਨੂੰ ਸਮਝ ਨਹੀਂ ਆਉਂਦੀ। ਧਿਆਨ ਰੱਖਣਾ, ਜਦੋਂ ਪੰਡਤ ਜੀ ਆਉਣ ਅਤੇ ਅਸੀਂ ਉਹਨਾਂ ਨੂੰ ਫਾਰਸੀ ਦੇ ਸ਼ਬਦ ਸੁਣਾਉਂਦੇ ਹਾਂ, ਹੋਰ ਸ਼ਬਦ ਸੁਣਾਉਂਦੇ ਹਾਂ। ਅਸੀਂ ਉਹਨਾਂ ਨੂੰ ਸੰਸਕ੍ਰਿਤ ਦੇ ਸ਼ਬਦ ਸੁਣਾਉਂਦੇ ਤਾਂ ਕਿ ਉਹਨਾਂ ਨੂੰ ਸਮਝ ਆਉਂਦੀ। ਗੁਰਬਾਣੀ ਨਾਲ ਜੁੜਦੇ ਕਿ ਰੱਬ ਸਭ ਦੇ ਵਿੱਚ ਵਸਦਾ ਹੈ, ਅਤੇ ਉਹਨਾਂ ਨੂੰ ਉਹ ਕੌਨਸੈਪਟ ਕਲੀਅਰ ਹੋ ਜਾਂਦਾ ਕਿ ਰੱਬ ਮੇਰੇ ਵਿੱਚ ਵੀ ਹੈ, ਅਤੇ ਇਹੀ ਸਮਝਾ ਰਹੇ ਨੇ ਕਿ ਸਭ ਵਿੱਚ ਵੀ ਹੈ। ਉਹ ਲੜਦੇ ਨਾ। ਧਿਆਨ ਰੱਖਣਾ, ਅੱਜ ਮੌਲਾਨਾ ਅਤੇ ਪੰਡਤ ਕਿਉਂ ਖਹਿ ਰਹੇ ਨੇ? ਅੱਜ ਸਿੱਖ ਜਗਤ ਦੇ ਲੋਕਾਂ ਦੂਸਰੇ ਦੀ ਨਿੰਦਿਆ ਕਿਉਂ ਕਰ ਰਹੇ ਨੇ? ਉਹ ਆਪ ਜਜਮੈਂਟਲ ਕਿਉਂ ਹੋ ਰਹੇ ਨੇ? ਇਸ ਵਾਸਤੇ ਹੋ ਰਹੇ ਨੇ, ਉਹ ਸਮਝ ਰਹੇ ਕਿ ਅਸੀਂ ਉੱਚੇ ਆ ਅਤੇ ਬਾਕੀ ਸਭ ਨੀਵੇਂ। ਕੋਈ ਇਹ ਨਹੀਂ ਸਮਝ ਰਿਹਾ ਹੈ ਕਿ ਉਹ ਵੀ ਗ੍ਰੈਜੂਅਲੀ ਪ੍ਰੋਗਰੈਸ ਕਰ ਰਹੇ ਨੇ। ਉਹ ਵੀ ਰੱਬ ਨੂੰ ਹੌਲੀ ਹੌਲੀ ਸਮਝਦੇ, ਜਿਵੇਂ ਰੱਬ ਜਨਾਉਣਗੇ ਮਿਲ ਜਾਣਗੇ। ਅਸੀਂ ਇਸ ਸਮਝ ਨਾਲ ਉਹਨਾਂ ਦੇ ਨਾਲ ਮੂਵ ਨਹੀਂ ਕਰ ਰਹੇ, ਅਸੀਂ ਕੱਟੜ ਹੋ ਰਹੇ ਹਾਂ। ਧਿਆਨ ਰੱਖਣਾ, ਐ ਗੁਰਸਿੱਖੋ, ਮਨ ਦੀ ਪ੍ਰਤੀਤ ਰੱਬ ਨਾਲ ਜੁੜੇ। ਹਰੇਕ ਬੰਦੇ ਨੇ ਆਪਣੇ ਮਨ ਅੰਦਰ ਰੱਬ ਨੂੰ ਦੇਖਣਾ। ਉਹ ਤਾਂ ਦੇਖਾਂਗੇ ਜੇ ਬਾਣੀ ਨੂੰ ਗੁਰੂ ਮੰਨਾਂਗੇ। ਭਾਈ ਆਖੋ ਸਤਿਨਾਮ। ਜੇ ਬਾਣੀ ਨੂੰ ਗੁਰੂ ਨਹੀਂ ਮੰਨਾਂਗੇ, ਸਾਡਾ ਹਾਲ ਇਹ ਹੋ ਜਾਣਾ ਕਿ ਜਿਵੇਂ ਰਵਿਦਾਸ ਜੀ ਦੀ ਬਾਣੀ ਕੱਢ ਕੇ ਲੋਕਾਂ ਨੇ ਕਿਹਾ ਹੁਣ ਰਵਿਦਾਸ ਜੀ ਗੁਰੂ ਨੇ। ਜਿਵੇਂ ਆਪਾਂ ਹੁਣ ਕਹਿ ਰਹੇ ਨਾ, ਬਾਬੇ ਨਾਨਕ ਹੀ ਗੁਰੂ ਨੇ, ਦਸੇ ਪਾਤਸ਼ਾਹਾਂ ਹੀ ਗੁਰੂ ਨੇ। ਅਸੀਂ ਇਹ ਨਹੀਂ ਕਹਿ ਰਹੇ, ਸਾਡਾ ਗੁਰੂ ਬਾਣੀ ਹੀ ਗੁਰੂ ਹੈ, ਜੋ ਦਸੇ ਪਾਤਸ਼ਾਹੀਆਂ ਦੀ ਵੀ ਗੁਰੂ ਸੀ। ਜੇ ਕੋਈ ਦਸਾਂ ਪਾਤਸ਼ਾਹੀਆਂ ਵਿੱਚ ਬਾਣੀ ਨੂੰ ਗੁਰੂ ਨਾ ਮੰਨਦੇ ਤੇ ਉਹਨਾਂ ਨੂੰ ਗੁਰਤਾ ਗੱਦੀ ਨਹੀਂ ਮਿਲਣੀ ਸੀ। ਇਹ ਨਹੀਂ ਕਹਿ ਰਹੇ। ਅਸੀਂ ਇਹ ਕਲੈਰਿਟੀ ਨਾਲ ਨਹੀਂ ਬੋਲ ਪਾ ਰਹੇ, ਨਹੀਂ ਸਮਝਾ ਪਾ ਰਹੇ ਕਿ ਭਾਈ ਨਾਨਕ ਪਾਤਸ਼ਾਹ ਆਪ ਬਾਣੀ ਨਾਲ ਜੁੜੇ। ਨਾਨਕ ਪਾਤਸ਼ਾਹ ਆਪ ਬਾਣੀ ਨਾਲ ਜੀਵਨ ਦੇ ਵਿੱਚ ਘੱਟ ਬੈਠੇ, ਰੱਬ ਦੀ ਬਾਣੀ ਨਾਲ ਜੁੜ ਕੇ ਗਾਉਂਦੇ। ਅਤੇ ਨਾਨਕ ਪਾਤਸ਼ਾਹ ਜਦੋਂ ਵੀ ਗਵਾਉਂਦੇ ਅਤੇ ਕਹਿੰਦੇ ਭਾਈ ਰੱਬ ਦੀ ਬਾਣੀ ਆਈ ਹੈ, ਇਸ ਬਾਣੀ ਨੂੰ ਛੱਡਣਾ ਨਹੀਂ, ਬਾਣੀ ਨਾਲ ਜੁੜੇ ਰਹਿਣਾ। ਇਹ ਮੇਰੀ ਬਾਣੀ ਨਹੀਂ, ਇਹ ਖਸਮ ਕੀ ਬਾਣੀ ਹੈ। ਆਖੋ ਸਤਿਨਾਮ। ਕਹਿੰਦੇ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸਣਾ ਕਰੀ ਗਿਆਨ ਵੇ ਲਾਲੋ। ਸੋ ਜਿਹੜਾ ਮਹਾਰਾਜ ਨੇ ਸਾਨੂੰ ਕੌਨਸੈਪਟ ਦਿੱਤਾ ਸੀ ਨਾ ਜੀ, ਅੱਜ ਸਿੱਖਣ ਵਾਲਾ ਸਿੱਖ, ਮਹਾਰਾਜ ਦੇ ਦਰ ਦਾ ਰਹਿਣ ਵਾਲਾ ਸਿੱਖ
ਦੁਨੀਆ ਨੂੰ ਨਹੀਂ ਜੋੜ ਰਿਹਾ, ਆਪਣੇ ਆਪ ਨੂੰ ਨਿਵੇਕਲਾ ਕਰ ਰਿਹਾ। ਧਿਆਨ ਰੱਖਣਾ, ਆਪਣੇ ਆਪ ਨੂੰ ਵੱਖਰਾ ਕਰ ਰਿਹਾ। ਅਸੀਂ ਦੁਨੀਆ ਨੂੰ ਇਹ ਨਹੀਂ ਸਮਝਾ ਪਾ ਰਹੇ ਕਿ ਭਾਈ ਬਾਣੀ ਸਭ ਦੇ ਵਿੱਚੋਂ ਰੱਬ ਦੀ ਆਉਂਦੀ ਹੈ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਾਈਆਂ, ਕੋਈ ਅਲਾਹੇ। ਆ ਜਿਹੜਾ ਸ਼ਬਦ ਹੈ ਇਹ ਕੈਸਾ ਬੋਲਿਆ ਮਹਾਰਾਜ ਨੇ। ਆਪਾਂ ਪੜ੍ਹ ਸਾਰੇ ਰਹੇ ਹਾਂ, ਵੱਖਰੇ ਵੱਖਰੇ ਰਾਗਾਂ ਵਿੱਚ ਗਾ ਰਹੇ ਹਾਂ, ਪਰ ਸਮਝ ਕੋਈ ਨਹੀਂ ਰਿਹਾ, ਨਹੀਂ ਸਮਝ ਰਹੇ। ਸੋ ਆਪਾਂ ਇਸ ਗੱਲ ਤੋਂ ਅੱਜ ਸ਼ੁਰੂ ਕਰੀਏ ਕਿ ਰੱਬ ਸਾਡੇ ਵਿੱਚ ਵਸਦੇ ਨੇ। ਐਸੀ ਬਾਣੀ ਨੂੰ ਅਸੀਂ ਗੁਰੂ ਕਹਿ ਰਹੇ ਹਾਂ। ਅਸੀਂ ਸਾਖੀਆਂ ਜੇ ਸਿੱਖਣੀ ਹੈ, ਕਹਿੰਦੇ ਗੁਰ ਕੀ ਸਾਖੀ ਅੰਮ੍ਰਿਤ ਬਾਣੀ, ਪੀਵਤ ਹੀ ਪ੍ਰਵਾਨ ਪਿਆ। ਇਹ ਸਾਖੀਆਂ ਅੰਗਰੇਜ਼ਾਂ ਨੇ ਲਿਖਾਈਆਂ ਦੂਜੀਆਂ। ਧਿਆਨ ਰੱਖਣਾ, ਕਿਵੇਂ ਉਹਨਾਂ ਨੇ ਸਾਰਾ ਇਤਿਹਾਸ ਖਰਾਬ ਕੀਤਾ, ਅਸੀਂ ਸਮਝ ਨਹੀਂ ਰਹੇ। ਧਿਆਨ ਰੱਖਣਾ, ਕਿਸੇ ਵੀ ਮਹਾਰਾਜ ਨੇ ਆਪਣੇ ਜੀਵਨ ਕਾਲ ਵਿੱਚ, ਜਿਵੇਂ ਸਾਖੀਆਂ ਵਿੱਚ ਲਿਖਿਆ ਗਿਆ ਨਾ, ਭਾਈ ਸੰਤੋਖ ਸਿੰਘ ਦੀ ਜਾਂ ਹੋਰ ਵੀ ਸਾਖੀਆਂ ਸੁਣਦੇ ਹਾਂ ਪੜ੍ਹਦੇ ਹਾਂ, ਉਹ ਲੋਕਾਂ ਨੇ ਲਿਖੀਆਂ ਨੇ। ਉਹ ਇਹ ਦਿਖਾ ਦਿਖਾ ਕੇ ਲਿਖੀਆਂ ਨੇ ਕਿ ਬਾਬੇ ਨਾਨਕ ਨੇ ਆ ਕੀਤਾ, ਬਾਬੇ ਨਾਨਕ ਨੇ ਆਏਂ ਕੀਤਾ, ਬਾਬੇ ਨਾਨਕ ਸਾਹਿਬ ਨੇ ਜੇ ਕੁਝ ਕੀਤਾ ਬਾਣੀ ਨਾਲ ਜੋੜੇ, ਆਪ ਜੁੜੇ ਤੇ ਲੋਕਾਂ ਨੂੰ ਜੋੜਿਆ। ਆਖੋ ਸਤਿਨਾਮ। ਜਿੱਥੇ ਵੀ ਮਹਾਰਾਜ ਜਾਂਦੇ ਬਾਣੀ ਦਾ ਪ੍ਰਕਾਸ਼ ਕਰਦੇ। ਜਦੋਂ ਵੀ ਮਹਾਰਾਜ ਕਿਤੇ ਵੀ ਪਿੰਡ 'ਚ ਜਾਂਦੇ, ਕਹਿੰਦੇ ਭਾਈ ਮਰਦਾਨਿਆਂ, ਕਹਿੰਦੇ ਰਬਾਬ ਚੱਕ ਬਾਣੀ ਆਈ ਹੈ। ਧਿਆਨ ਰੱਖਣਾ, ਕਿਤੇ ਜਾ ਕੇ ਇਹ ਨਹੀਂ ਕਿਹਾ ਮੈਂ ਆਇਆ ਲੋਕਾਂ ਨੂੰ ਜਾ ਕੇ ਦੱਸ ਕੇ ਆਓ, ਹੈ ਨਾ, ਮੇਰੀ ਫੋਟੋ ਇੱਥੇ ਟੰਗ ਦਿਓ, ਉਹ ਲੋਕਾਂ ਨੂੰ ਦੱਸ ਦਿਓ ਕਿ ਮੈਂ ਹੀ ਜਗਤ ਗੁਰੂ ਹਾਂ, ਨਹੀਂ ਕਿਹਾ। ਮਹਾਰਾਜ ਕਹਿੰਦੇ ਜਿਹੜਾ ਸਾਡਾ ਜਗਤ ਗੁਰੂ ਹੈ, ਉਹ ਜਗਤ ਗੁਰੂ ਰੱਬ ਦੀ ਬਾਣੀ ਹੈ। ਆਖੋ ਸਤਿਨਾਮ। ਜੋ ਸਾਡਾ ਜਗਤ ਗੁਰੂ ਹੈ, ਦਸੇ ਪਾਤਸ਼ਾਹੀਆਂ ਨੇ ਆਪਣਾ ਜੀਵਨ ਕਾਲ ਲਾ ਦਿੱਤਾ ਦੁਨੀਆ ਨੂੰ ਸਮਝਾਉਣ ਵਾਸਤੇ ਕਿ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰ ਤਖ ਗੁਰੂ ਨਿਸਤਾਰੇ। ਆ ਦੇਖੋ, ਕਹਿੰਦੇ ਗੁਰ ਕਾ ਸ਼ਬਦ ਭਇਓ ਸਾਖੀ। ਧਿਆਨ ਰੱਖਣਾ, ਅੱਜ ਤਾਈਂ ਅਸੀਂ ਬਾਣੀ ਦੇ ਸ਼ਬਦ ਦੀ ਸਮਝ ਨੂੰ ਜੀਵਨ ਵਿੱਚ ਸਾਖੀ ਨਹੀਂ ਕੀਤਾ। ਇਹ ਸਾਖੀ ਨਹੀਂ ਸੁਣਾਈ ਅਸੀਂ ਲੋਕਾਂ ਨੂੰ। ਇਹ ਸਾਖੀ ਸਮਝਾਉਣ ਦੇ ਵਿੱਚ ਅਸੀਂ ਫੇਲ ਹੋ ਰਹੇ ਹਾਂ। ਧਿਆਨ ਰੱਖਣਾ ਕਿ ਭਾਈ ਦੁਨੀਆ ਦੇ ਲੋਕੋ, ਕਹਿੰਦੇ ਤਿੰਨ ਸਗਲੀ ਲਾਜ ਰਾਖੀ, ਸਭ ਦੀ ਲਾਜ ਰੱਖਣ ਵਾਲਾ ਰੱਬ ਦੀ ਬਾਣੀ ਦੀ ਸਾਖੀ ਸਾਡੇ ਵਿੱਚ ਜੇ ਕਿਤੇ ਉਜਾਗਰ ਹੁੰਦੀ, ਦੁਨੀਆ ਸਾਰੀ ਇਸ ਬਾਣੀ ਦੇ ਨਾਲ ਜੁੜੀ ਹੁੰਦੀ। ਧਿਆਨ ਰੱਖ, ਅਸੀਂ ਲੋਕਾਂ ਨੂੰ ਬਾਣੀ ਨਾਲ ਜੋੜ ਸਕਦੇ ਹੁੰਦੇ। ਅੱਜ ਅਸੀਂ ਆਪ ਬਾਣੀ ਤੋਂ ਕਿੰਨੇ ਦੂਰ ਹਾਂ, ਥੋੜ੍ਹਾ ਜਿਹਾ ਸਮਝਣ ਦੀ ਕੋਸ਼ਿਸ਼ ਕਰੀਏ। 1-2 ਮਿੰਟ ਰਹਿ ਗਏ ਕਿ ਜੀਵਨ ਵਿੱਚ ਜਦੋਂ ਤੁਸੀਂ ਜਪਜੀ ਸਾਹਿਬ ਪੜ੍ਹਦੇ ਹੋ ਨਾ, ਜਪਜੀ ਸਾਹਿਬ, ਮੈਂ ਅੱਜ ਦੀ ਵੀ ਗੱਲ ਤੁਹਾਨੂੰ ਸੁਣਾ ਰਿਹਾ। ਮੈਂ ਜਪਜੀ ਸਾਹਿਬ ਹਾਲੇ ਵੀ ਪੜ੍ਹਦਾ ਅਤੇ ਸੁਰਤ ਟਿਕਦੀ ਨਹੀਂ ਹੈ ਸ਼ਬਦ 'ਚ। ਧਿਆਨ ਰੱਖਣਾ, ਨਹੀਂ ਟਿਕਦੀ। ਕਈ ਵਾਰ ਅਸੀਂ ਓਂਕਾਰ ਤੋਂ ਲੈ ਕੇ ਸ਼ੁਰੂ ਕਰਕੇ ਦੂਜੀ ਪੌੜੀ ਅਤੇ ਤੀਜੀ ਪੌੜੀ 'ਤੇ ਚੱਲਦੇ ਹਨ, ਉਦੋਂ ਸੁਰਤ ਆਪਣਾ ਖੇਲ ਖੇਡ ਜਾਂਦੀ ਹੈ। ਧਿਆਨ ਰੱਖ, ਸਾਡਾ ਮਨ ਆਪਣੇ ਖਿਆਲ ਦੂਜੇ ਖਿਆਲ ਨਾਲ ਮਿਲਾ ਦਿੰਦਾ ਹੈ ਅਤੇ ਉਹ ਜੋ ਸ਼ਬਦ ਜਪਜੀ ਸਾਹਿਬ ਸੁਣਦਾ ਸੀ, ਸੁਣਨਾ ਹੀ ਹਟ ਜਾਂਦਾ। ਧਿਆਨ ਰੱਖ, ਪੜ੍ਹਦਾ ਹੁੰਦਾ, ਰਿਕਾਰਡਿੰਗ ਚੱਲਦੀ ਹੁੰਦੀ ਹੈ, ਪਰ ਸੁਣਨੋਂ ਹਟ ਜਾਂਦਾ ਹੈ, ਸਮਝਣੋਂ ਹਟ ਜਾਂਦਾ ਹੈ, ਫੋਲੋ ਕਰਨੋਂ ਹਟ ਜਾਂਦਾ ਹੈ। ਧਿਆਨ ਰੱਖਣਾ, ਜੀਵਨ ਵਿੱਚ ਇਸ ਗੱਲ ਨੂੰ ਵਿਚਾਰੋ ਕਿ ਇੱਕ ਵੀ ਜਪਜੀ ਸਾਹਿਬ ਦਾ ਨਿਰੰਤਰ ਪਾਠ ਜਿਹੜਾ ਆਪਾਂ ਰੋਜ਼ ਕਰਦੇ ਹਾਂ, ਤਾਂ ਵੀ ਸੁਰਤ ਸ਼ਬਦ ਵਿੱਚ ਨਹੀਂ ਟਿਕਦੀ। ਮਹਾਰਾਜ ਕਹਿੰਦੇ ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਨੈ। ਨਹੀਂ ਤਾਂ ਮਹਾਰਾਜ ਕਹਿੰਦੇ ਸਾਕਤ ਨਰ ਸ਼ਬਦ ਸੁਰਤ ਕਿਉਂ ਪਾਈਐ, ਸ਼ਬਦ ਸੁਰਤ ਬਿਨ ਆਈਐ ਜਾਈਐ। ਧਿਆਨ ਰੱਖਣਾ, ਤੁਸੀਂ ਵਿਚਾਰ ਕਰੋ। ਉਹਦਾ ਅਰਥ ਹੈ ਕਿ ਹਾਲੇ ਵੀ ਈਸ਼ਰ ਸਿੰਘ ਸਾਕਤ ਹੈ। ਜਿੱਥੇ ਮਹਾਰਾਜ ਕਹਿੰਦੇ ਸਾਕਤ ਨਰ ਸ਼ਬਦ ਸੁਰਤ ਕਿਉਂ ਪਾਈਏ, ਹਾਲੇ ਵੀ ਈਸ਼ਰ ਸਿੰਘ ਮੈਨੂੰ ਕਹਿੰਦਾ ਹੈ ਕਿ ਤੂੰ ਹਾਲੇ ਸ਼ਬਦ ਤੇਰੇ ਵਿੱਚ ਸੁਰਤ ਨੂੰ ਤੂੰ ਦੇ ਨਹੀਂ ਪਾ ਰਿਹਾ। ਤੇਰੀ ਸੁਰਤ ਸ਼ਬਦ ਚੱਲਦਿਆਂ ਚੱਲਦਿਆਂ ਵੀ ਹਾਲੇ ਕਿਤੇ ਬਾਹਰ ਜਾ ਰਹੀ ਹੈ। ਧਿਆਨ ਰੱਖਣਾ, ਆਏ ਮਨ ਨੂੰ ਸਮਝਾਉਣਾ ਪੈਣਾ। ਭਾਈ ਆਖੋ ਸਤਿਨਾਮ। ਕਹਿੰਦੇ ਮਨ ਸਮਝਾਵਨ ਕਾਰਨੇ ਕਛੁਕ ਪੜ੍ਹੀਏ ਗਿਆਨ। ਮਨ ਨੂੰ ਸਮਝਾਉਣਾ ਪੈਣਾ, ਮਨ ਨਾਲ ਹੀ ਝਗੜਾ ਕਰਨਾ ਹੈ। ਕਹਿੰਦੇ ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ, ਮਨ ਹੀ ਮੰਝ ਸਮਾਏ। ਧਿਆਨ ਰੱਖ, ਸੋ ਸਿੱਖੀ ਬਹੁਤ ਦੂਰ ਹੈ ਜੀ। ਧਿਆਨ ਰੱਖ, ਸਿੱਖੀ ਦਾ ਅਰਥ ਕੀ ਹੈ? ਜਿਹੜੀ ਗੱਲ ਅੱਜ ਮੈਂ ਗੁਰੂ ਤੋਂ ਸਿੱਖੀ ਉਹ ਮੈਂ ਕਮਾਉਣੀ ਹੈ ਨਾ। ਤਾਂ ਹੀ ਮੈਂ ਕਹਿੰਦਾ ਮੈਂ ਸਿੱਖੀ ਕਮਾ ਰਿਹਾ ਜੀ।
ਸੋ ਸੱਚੇ ਪਾਤਸ਼ਾਹ ਕਹਿੰਦੇ ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਕਹਿੰਦੇ ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਧਿਆਨ ਰੱਖ, ਜੀਵਨ ਵਿੱਚ ਐਸਾ ਰੱਬ ਜੋ ਮੇਰੇ ਵਿੱਚ ਵਸਦਾ ਹੈ, ਪਹਿਲਾਂ ਮੈਂ ਉਹਦੇ ਨਾਲ ਜੁੜਨਾ ਹੈ। ਇਹਨੂੰ ਜੋੜਨ ਵਾਸਤੇ ਮੇਰੇ ਮਨ ਨੂੰ ਸਮਝਾਉਣਾ ਪੈਣਾ ਮੈਨੂੰ ਕਿ ਮੇਰੇ ਮਨਾ ਤੇਰਾ ਗੁਰੂ ਕੋਈ ਫੋਟੋ ਨਹੀਂ ਹੈ, ਕਿ ਤੇਰਾ ਗੁਰੂ ਕੋਈ ਇੱਕ ਕਨਸੈਪਟ ਦਾ ਇੱਕ ਬੰਦੇ ਨੂੰ ਕੱਢ ਕੇ ਤੂੰ ਉਹਦੀ ਫੋਟੋ ਬਣਾ ਕੇ ਉਹਦਾ ਪ੍ਰਚਾਰ ਕਰਨਾ ਨਹੀਂ ਹੈ। ਤੇਰਾ ਮਨ ਸਾਰੀਆਂ ਫੋਟੋਆਂ ਵਿੱਚ ਇੱਕ ਰੱਬ ਬੋਲਦਾ ਹੈ, ਉਸ ਨੂੰ ਸਮਝਣ ਦੀ ਲੋੜ ਹੈ। ਮਨ ਨੂੰ ਇਹ ਟਿਕਾਉਣ ਦੀ ਲੋੜ ਹੈ ਕਿ ਮਨ ਸਭ ਦੇ ਵਿੱਚ ਉਹੀ ਰੱਬ ਵਸਦਾ ਹੈ। ਅਤੇ ਮਨ ਨੂੰ ਮੰਦਰ ਕਹਿੰਦੇ ਨੇ। ਆਖੋ ਸਤਿਨਾਮ। ਕਹਿੰਦੇ ਸਭ ਤੋਂ ਜੇ ਉੱਚਾ ਕੋਈ ਮੰਦਰ ਹੈ, ਕਹਿੰਦੇ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾ। ਮਨ ਨੂੰ ਇਹ ਸਮਝਾਉਣ ਦੀ ਲੋੜ ਹੈ ਕਿ ਸਭ ਤੋਂ ਉੱਚਾ ਮੰਦਰ ਮੇਰਾ, ਜਿਹੜਾ ਮੇਰਾ ਮੰਦਰ ਹੈ ਨਾ ਰੱਬ ਦਾ, ਜਿਹੜਾ ਮਨ ਨੂੰ ਮੈਂ ਮੰਦਰ ਕਹਿ ਰਿਹਾ, ਇਹ ਸਾਰਿਆਂ ਮੰਦਰਾਂ ਨਾਲੋਂ ਉੱਚਾ ਮੰਦਰ ਹੈ ਜੋ ਲੋਕ ਸਮਝ ਰਹੇ ਨੇ। ਸਾਰੇ ਮੰਦਰਾਂ ਨਾਲੋਂ ਉੱਚਾ ਮੰਦਰ ਹੈ। ਤਾਂ ਮੈਨੂੰ ਪਤਾ ਲੱਗੇਗਾ ਹਰ ਮੰਦਰ ਇਹੋ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ। ਤਾਂ ਮੈਨੂੰ ਸਮਝ ਆਏਗਾ ਕਿ ਮੈਨੂੰ ਗਿਆਨ ਹੋ ਰਿਹਾ ਹੈ। ਤਾਂ ਮੈਨੂੰ ਸਮਝ ਆਏਗਾ ਕਿ ਮੇਰੇ ਸਰੀਰ ਵਿੱਚ ਹੀ ਰੱਬ ਵਸਦਾ ਹੈ। ਕਾਇਆ ਅੰਦਰ ਸਭ ਕੁਛ ਵਸਦਾ ਹੈ, ਖੰਡ ਮੰਡਲ ਪਾਤਾਲਾਂ। ਮੈਨੂੰ ਹਾਲੇ ਆਪਣੇ ਹੀ ਮਨ ਨੂੰ, ਆਪਣੇ ਮਨ ਨੂੰ ਬਾਰ-ਬਾਰ ਸਾਧਨਾ ਪੈਣਾ। ਇਹ ਜਨਮ ਮਰਨ ਦੇ ਚੱਕਰਾਂ ਤੋਂ ਮੈਨੂੰ ਕੱਢਣਾ ਪੈਣਾ ਮਨ ਨੂੰ। ਧਿਆਨ ਰੱਖਣਾ, ਮਨ ਨੂੰ ਚੱਕਣਾ ਪੈਣਾ ਉੱਪਰ ਕਿ ਰੱਬ ਨਾ ਜਨਮ ਲੈਂਦਾ ਅਤੇ ਨਾ ਮਰਦਾ ਹੈ ਰੱਬ। ਮਹਾਰਾਜ ਕਹਿੰਦੇ ਨਾ ਨਾਨਕ ਪਾਤਸ਼ਾਹ ਜੇ ਜਨਮ ਲਿਆ ਆਪਾਂ ਨੇ ਵੀ ਜਨਮ ਲਿਆ। ਫਿਰ ਮਹਾਰਾਜ ਨੇ ਇਸ ਜਨਮ ਅਤੇ ਮਰਨ ਤੋਂ ਪਹਿਲਾਂ ਜਨਮ ਲੈਣ ਤੋਂ ਅਤੇ ਮਰਨ ਤੋਂ ਪਹਿਲਾਂ ਉਹਨਾਂ ਨੇ ਆਪਣਾ ਜਨਮ ਮਰਨ ਕਿਵੇਂ ਨਿਵਾਰਿਆ ਆਏ। ਫਿਰ ਉਹਨਾਂ ਦਾ ਮਰਨ ਖਤਮ ਹੋ ਗਿਆ। ਫਿਰ ਆਖੋ ਸਤਿਨਾਮ। ਇਹ ਸਮਝਣਾ ਪੈਣਾ, ਹਰ ਸਿੱਖ ਨੇ ਸਮਝਣਾ ਕਿ ਮੇਰਾ ਆਵਾਗਮਨ ਤਾਂ ਖਤਮ ਹੋਏਗਾ ਜੇ ਮੈਂ ਬਾਣੀ ਨੂੰ ਇਸ ਕੌਨਸੈਪਟ ਦੇ ਨਾਲ ਵਿਚਾਰਾਂਗਾ। ਬਾਣੀ ਨੂੰ ਜੇ ਮੈਂ ਇਸ ਵਿਚਾਰ ਨਾਲ ਵਿਚਾਰਾਂਗਾ ਕਿ ਮਹਾਰਾਜ ਮੁੜ ਕੇ ਫਿਰ ਜਨਮ ਨਹੀਂ ਲੈਂਦੇ, ਮਹਾਰਾਜ ਮੁੜ ਕੇ ਨਹੀਂ ਆਉਂਦੇ। ਧਿਆਨ ਰੱਖਣਾ, ਨਹੀਂ ਆਉਂਦੇ। ਜੀਵਨ ਵਿੱਚ ਅੱਜ ਥਈ ਕੋਈ ਦੁਬਾਰਾ ਜਨਮ ਨਹੀਂ ਲੈ ਕੇ ਆਇਆ। ਲੋਕਾਂ ਨੇ ਕਹਾਣੀਆਂ ਘੜੀਆਂ ਨੇ ਕਿ ਉਹ ਫਲਾਣੇ ਦਾ ਅਵਤਾਰ ਹੈ ਜੀ, ਉਹ ਫਲਾਣੇ ਦਾ ਅਵਤਾਰ ਹੈ ਜੀ, ਫਲਾਣੇ ਦੇ ਅਵਤਾਰ ਹੋ ਆ ਗਏ ਜੀ। ਫਿਰ ਆਏ ਲੋਕਾਂ ਨੇ ਕਹਾਣੀਆਂ ਘੜੀਆਂ। ਮਹਾਰਾਜ ਕਹਿੰਦੇ ਨਹੀਂ, ਰੱਬ ਜਨਮ ਲੈਂਦਾ ਹੈ ਜੇ ਇੱਕ ਵਾਰ ਸਰੀਰ ਦੇ ਵਿੱਚ ਉਹਨਾਂ ਦਾ ਜਨਮ ਮਰਨ ਮਿਟ ਜਾਏ। ਜਨਮ ਮਰਨ ਦੋਹੂੰ ਮੈਂ ਨਾਹੀਂ, ਜਨ ਪਰ ਉਪਕਾਰੀ ਆਏ। ਸੋ ਅੱਜ ਇੱਥੇ ਸ਼ਬਦ ਸਮਾਪਤ ਕਰਾਂਗੇ ਕਿ ਗੁਰੂ ਸਾਡਾ ਬਾਣੀ ਹੈ। ਬਾਣੀ ਚਾਹੇ ਕਿਸੇ ਭਗਤਾਂ ਵਿੱਚੋਂ ਆਈ, ਚਾਹੇ 6 ਪਾਤਸ਼ਾਹੀਆਂ ਵਿੱਚੋਂ ਪ੍ਰਕਾਸ਼ ਹੋਈ, ਚਾਹੇ 15 ਭਗਤਾਂ ਵਿੱਚੋਂ ਪ੍ਰਕਾਸ਼ ਹੋਈ, ਚਾਹੇ ਇਹ 4 ਸਿੱਖਾਂ ਦੇ ਵਿੱਚੋਂ ਰੱਬ ਬੋਲੇ। ਕਿਵੇਂ ਬੋਲੇ ਇਹਨਾਂ ਦਾ ਆਪਾਂ ਕੱਲ੍ਹ ਨੂੰ ਵਿਚਾਰ ਕਰਾਂਗੇ। ਚਾਹੇ ਇਹ 11 ਭੱਟ ਨੇ ਜਿਨ੍ਹਾਂ ਨੇ ਮਹਾਰਾਜ ਨੂੰ ਉਹ ਰਹਿੰਦਿਆਂ ਹੋਇਆਂ ਕਿਵੇਂ ਉਹਨਾਂ ਨੇ ਉਸਤਤ ਕੀਤੀ। ਇਹ 4 ਸਟੇਜਸ ਨੇ। ਇੱਕ ਤਾਂ 6 ਪਾਤਸ਼ਾਹੀਆਂ ਦੀ ਸਟੇਜ, ਫਿਰ 15 ਭਗਤਾਂ ਦੀ ਦੂਜੀ ਸਟੇਜ, ਤੀਜੀ ਸਿੱਖ ਕਿਵੇਂ ਫਿਰ ਬੋਲਦੇ ਨੇ, ਸੁੰਦਰ ਜੀ ਕਿਵੇਂ ਬੋਲਦੇ ਨੇ, ਧਿਆਨ ਰੱਖਣਾ। ਸੱਤਾ ਅਤੇ ਬਲਵੰਡ ਜੀ ਕਿਵੇਂ ਬੋਲਦੇ ਨੇ, ਧਿਆਨ ਰੱਖਣਾ। ਫਿਰ ਚੌਥੀ ਸਟੇਜ ਜਦੋਂ ਮਹਾਰਾਜ ਆਪ ਸਨ ਅਤੇ ਭੱਟਾਂ ਨੇ ਕਿਵੇਂ ਪ੍ਰਸ਼ੰਸਾ ਕੀਤੀ ਅਤੇ ਮਹਾਰਾਜ ਨੇ ਕਿਵੇਂ ਜਰੀ, ਆਪਣੀ ਪ੍ਰਸ਼ੰਸਾ ਨਹੀਂ ਜਰੀ। ਧਿਆਨ ਰੱਖਣਾ, ਉਹਨਾਂ ਨੇ ਬਾਣੀ ਰਾਹੀਂ ਰੱਬ ਦੀ ਪ੍ਰਸ਼ੰਸਾ ਕੈਸੇ ਉਹਨਾਂ ਵਿੱਚੋਂ ਉਹਨਾਂ ਨੇ ਦੇਖੀ, ਉਸ ਨੂੰ ਕਿਵੇਂ ਉਹਨਾਂ ਨੇ ਪ੍ਰਕਾਸ਼ ਕੀਤਾ, ਬੋਲਿਆ, ਉਹ ਮਹਾਰਾਜ ਨੇ ਦਰਜ ਕੀਤੀ ਹੈ। ਭਾਈ ਆਖੋ ਸਤਿਨਾਮ। ਨਹੀਂ ਤਾਂ ਆਪਾਂ ਇਹ ਨਾ ਸਮਝੀਏ ਕਿ ਮਹਾਰਾਜ ਨੇ ਆਪਣੀ ਪ੍ਰਸ਼ੰਸਾ ਦਰਜ ਕੀਤੀ, ਆਪਣੇ ਆਪ ਨੂੰ ਮਿਟਾਤਾ। ਧਿਆਨ ਰੱਖਣਾ, ਜਿੱਥੇ ਮਹਾਰਾਜ ਕਹਿੰਦੇ ਆਪ ਗਵਾਈਏ ਤਾਂ ਸਹੁ ਪਾਈਏ। ਜਿੱਥੇ ਮਹਾਰਾਜ ਆਪ ਪੰਚਮ ਪਾਤਸ਼ਾਹ ਜਿਸ ਵੇਲੇ ਸ਼ਬਦ ਭੱਟ ਬੋਲਦੇ ਨੇ ਨਾ, ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਉੱਥੇ ਕੀ ਬੋਲ ਰਹੇ ਨੇ, ਕਿਉਂ ਸੁਣ ਰਹੇ ਨੇ, ਕਿਉਂ ਲਿਖ ਰਹੇ ਨੇ, ਕਿਉਂ ਗੁਰਬਾਣੀ ਵਿੱਚ ਦਰਜ ਕੀਤਾ? ਇਸ ਵਾਸਤੇ ਦਰਜ ਕੀਤਾ ਹੈ ਕਿ ਅਰਜਨ ਦੇਵ ਜਿਸ ਵੇਲੇ ਉਸ ਗੱਦੀ 'ਤੇ ਬੈਠੇ ਨੇ ਬਾਣੀ ਗੁਰੂ ਦੇ, ਅਤੇ ਲੋਕ ਭੱਟ ਕਹਿ ਰਹੇ ਨੇ ਕਿ ਜਿਨ੍ਹਾਂ ਨੇ ਵੀ ਇਸ ਬਾਣੀ ਗੁਰੂ ਨੂੰ ਜਪਿਆ, ਜੋ ਅਰਜਨ ਦੇਵ ਜਿਸ ਗੱਦੀ 'ਤੇ ਬੈਠੇ ਨੇ, ਤਾਂ ਹਰ ਕੋਈ ਬੰਦਾ ਆਪਣੇ ਆਪ ਨੂੰ ਗੁਰੂ ਕਹਾਉਂਦਾ ਹੈ। ਧਿਆਨ ਰੱਖਣਾ, ਇਹ ਗੁਰਤਾ ਗੱਦੀ ਐਸੀ ਗੱਦੀ ਹੈ, ਇਹ ਘਰ ਐਸਾ ਘਰ ਹੈ
ਜਿੱਥੇ ਇਹਨਾਂ ਨੇ ਆਪਣੇ ਆਪ ਨੂੰ ਨਹੀਂ ਗਵਾਇਆ। ਧਿਆਨ ਰੱਖਣਾ, ਜਿਨ੍ਹਾਂ ਨੇ ਵੀ ਅਰਜਨ ਦੇਵ ਜੀ ਦੇ ਗੁਰੂ ਨੂੰ ਜਪਿਆ ਉਹ ਫਿਰ ਸੰਕਟ ਤੇ ਜੋਨੀ ਤੇ ਗਰਭ ਵਿੱਚ ਨਹੀਂ ਆਉਣਗੇ, ਨਹੀਂ ਆਉਣਗੇ। ਉਹਨਾਂ ਦਾ ਜਨਮ ਮਰਨ ਮਿਟ ਜਾਏਗਾ, ਖਤਮ ਹੋ ਜਾਏਗਾ। ਆਏ ਪੰਚਮ ਪਾਤਸ਼ਾਹ ਨੇ ਆਪਣੇ ਆਪ ਨੂੰ ਮਿਟਾਇਆ ਸੀ ਤਾਂ ਉਸ ਗੁਰਤਾ ਗੱਦੀ ਦੇ ਉਹ ਲਾਇਕ ਸਨ। ਧਿਆਨ ਰੱਖਣਾ, ਤਾਂ ਉਸ ਗੁਰਤਾ ਗੱਦੀ ਦੇ ਲਾਇਕ ਹੋਣ ਦੇ ਕਾਰਨ ਮਹਾਰਾਜ ਨੇ ਉਹ ਸ਼ਬਦ ਦਰਜ ਕੀਤਾ ਗੁਰਬਾਣੀ ਦੇ ਵਿੱਚ। ਨਹੀਂ ਤਾਂ ਅਸੀਂ ਸਿੱਖ ਜਗਤ ਜਿਵੇਂ ਅਸੀਂ ਗਾ ਰਹੇ ਹਾਂ, ਮਹਾਰਾਜ ਨੇ ਇਸ ਤਰ੍ਹਾਂ ਨਹੀਂ ਲਿਖਿਆ, ਨਹੀਂ ਲਿਖਿਆ। ਸੋ ਆਓ ਇਹਨਾਂ ਚਾਰਾਂ ਦਾ ਵੀ ਆਪਾਂ ਅੱਗੇ ਜ਼ਿਕਰ ਕਰਾਂਗੇ। ਅੱਜ ਆਪਾਂ ਨੇ ਕੇਵਲ ਇਸ ਗੱਲ 'ਤੇ ਖਿਆਲ ਰੱਖਿਆ ਹੈ ਕਿ ਬਾਣੀ ਗੁਰੂ ਹੈ, ਜਿਨ੍ਹਾਂ ਨੂੰ ਨਾਨਕ ਪਾਤਸ਼ਾਹ ਆਪ ਕਹਿੰਦੇ ਨੇ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ। ਸੋ ਬਾਣੀ ਜੀ ਦੀ ਵਿਚਾਰ ਕਰਦੇ ਹਾਂ। ਅਨੇਕਾਂ ਪ੍ਰਕਾਰ ਦੀਆਂ ਗਲਤੀਆਂ, ਬੇਅਦਬੀਆਂ, ਤਰੁੱਟੀਆਂ ਰਹਿ ਗਈਆਂ ਹਨ ਜੀ। ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਸੰਗਤ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਣ ਯੋਗ ਹਨ। ਆਓ ਸਾਰੇ ਰਲ ਮਿਲ ਕੇ ਆਨੰਦ ਸਾਹਿਬ ਦਾ ਪਾਠ ਕਰੀਏ, ਆਨੰਦ ਸਾਹਿਬ ਜੀ ਦਾ ਪਾਠ ਕਰੀਏ।